Hello, dear aspirants. I welcome you all in this beautiful platform of Burma Academy. So, as you all know, ਆਪਾਂ ਜਿਹੜਾ ਹੈਗਾ ਇਸ ਪਲੇਟਫਾਰਮ ਤੇ ਤੁਹਾਡੇ ਵਾਸਤੇ ਫ੍ਰੀ ਆਫ ਕਾਸਟ ਮਟੀਰੀਅਲ ਹੈ ਜਿਹੜਾ ਉਹ ਲੈ ਕੇ ਆ ਰਹੇ ਹਾਂ ਤਾਂ ਕਿ ਤੁਸੀਂ ਜਿਹੜੇ ਆਪਣੇ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਉਹਦੇ ਵਿੱਚ ਤੁਹਾਨੂੰ ਇਹ ਚੀਜ਼ਾਂ ਬੈਨੀਫਿਟ ਕਰ ਸਕੇ ਤੇ ਤੁਸੀਂ ਆਪਣਾ ਜਿਹੜਾ ਸਿਲੇਬਸ ਹੈ ਉਹ ਟਾਈਮ ਸ਼ੇਰ ਕਵਰ ਕਰਕੇ ਆਪਣੇ ਪੇਪਰ ਦੇ ਵਿੱਚ ਜਿਹੜੇ ਟੌਪਿਕ ਨੇ ਉਹਨਾਂ ਨੂੰ ਇੰਪਲੀਮੈਂਟ ਕਰ ਸਕੋ ਤੇ ਵਧੀਆ ਸਕੋਰ ਹੈ ਜਿਹੜਾ ਉਹ ਕਰ ਸਕੋ। ਹਾਂਜੀ, ਤਾਂ ਆਪਾਂ ਜਿਹੜਾ ਹੈਗਾ ਗਾ ਇੰਗਲਿਸ਼ ਦੇ ਵਿੱਚ ਗ੍ਰਾਮਰ ਪੋਰਸ਼ਨ ਸੀ ਜਿਹੜਾ ਉਹ ਸਟਾਰਟ ਕੀਤਾ ਸੀ ਜਿਹਦੇ ਵਿੱਚ ਤੁਹਾਡੇ ਕੋਲ ਐਡਵਰਬ ਦਾ ਟੌਪਿਕ ਸੀ ਜਿਹੜਾ ਉਹ ਚੱਲ ਰਿਹਾ ਸੀ। ਲਾਸਟ ਕਲਾਸ ਦੇ ਵਿੱਚ ਆਪਾਂ ਐਡਵਰਬ ਨਾਲ ਰਿਲੇਟਡ ਕੁਝ ਇੰਪੋਰਟੈਂਟ ਟੌਪਿਕ ਸੀ ਜਿਹੜੇ ਡਿਸਕਸ ਕੀਤੇ ਸੀ ਜਿਹਦੇ ਵਿੱਚ ਆਪਾਂ ਐਡਵਰਬ ਬੇਸਿਕਲੀ ਆਪਾਂ ਐਡਵਰਬ ਦੀ ਡੈਫੀਨੇਸ਼ਨ ਸੀ ਜਿਹੜੀ ਫਸਟ ਕਲਾਸ ਦੇ ਵਿੱਚ ਡਿਸਕਸ ਕੀਤੀ ਸੀ। ਐਜ਼ ਯੂਜ਼ੁਅਲ ਜਿਵੇਂ ਆਪਾਂ ਕਰਦੇ ਹੁੰਦੇ ਹਾਂ ਜਦੋਂ ਵੀ ਨਵਾਂ ਟੌਪਿਕ ਸਟਾਰਟ ਹੁੰਦਾ ਹੈ ਪਹਿਲਾਂ ਉਹਦੀ ਡੈਫੀਨੇਸ਼ਨ ਦੈਨ ਆਪਾਂ ਜਿਹੜਾ ਉਹਦੀਆਂ ਟਾਈਪਸ ਵਗੈਰਾ ਡਿਸਕਸ ਕਰਦੇ ਹਾਂ ਤਾਂ ਉਵੇਂ ਸੇਮ ਤੁਹਾਡਾ ਫਸਟ ਕਲਾਸ ਦੇ ਵਿੱਚ ਤੁਸੀਂ ਐਡਵਰਬ ਦੀ ਡੈਫੀਨੇਸ਼ਨ ਚੈੱਕ ਕੀਤੀ ਸੀ ਕਿ ਐਡਵਰਬ ਦਾ ਮੀਨਿੰਗ ਕੀ ਹੈ। ਦੈਨ ਆਪਾਂ ਡਿਸਕਸ ਕੀਤਾ ਸੀ ਕਿ ਐਡਵਰਬ ਤੇ ਐਡਜੈਕਟਿਵ ਦੇ ਵਿੱਚ ਕੀ ਡਿਫਰੈਂਸ ਹੁੰਦਾ ਹੈ ਕਿਉਂਕਿ ਆਪਣੇ ਕੋਲੇ ਬਹੁਤ ਸਾਰੇ ਜਿਹੜੇ ਸਟੂਡੈਂਟਸ ਦਾ ਇਹ ਡਾਊਟ ਰਹਿ ਜਾਂਦਾ ਕਿ ਐਡਵਰਬ ਤੇ ਐਡਜੈਕਟਿਵ ਤਾਂ ਲਗਭਗ ਸੇਮ ਨੇ ਤਾਂ ਕਿੱਥੇ ਤੁਹਾਨੂੰ ਪਤਾ ਲੱਗੇਗਾ ਕਿ ਉਹ ਐਡਵਰਬ ਹੈ ਕਿੱਥੇ ਤੁਹਾਨੂੰ ਪਤਾ ਲੱਗੇਗਾ ਕਿ verb ਜਿਹੜਾ ਯੂਜ਼ ਕੀਤਾ ਜਾ ਰਿਹਾ ਉਹ ਐਡਵਰਬ ਹੈ ਜਾਂ ਫਿਰ ਐਡਜੈਕਟਿਵ ਹੈ। ਹਾਂਜੀ, ਤਾਂ ਫਿਰ ਆਪਾਂ ਜਿਹੜਾ ਪਿਛਲੀ ਕਲਾਸ ਦੇ ਵਿੱਚ ਟੌਪਿਕ ਕੀਤਾ ਸੀ ਕਿ ਐਡਵਰਬ ਤੇ ਐਡਜੈਕਟਿਵ ਦੇ ਵਿੱਚ ਬਿਗ ਡਿਫਰੈਂਸ ਕੀ ਹੈ ਤੇ ਉਹ ਤੁਸੀਂ ਇਹ ਜਿਹੜਾ ਉੱਥੋਂ ਕਲੀਅਰ ਕਰ ਲੈਣਾ ਬਿਕਾਜ਼ ਫਰਸਟ ਕਲਾਸ ਸੀ ਜਿਹੜੀ ਤੁਹਾਡੀ ਇਸੇ ਚੀਜ਼ ਦੇ ਨਾਲ ਰਿਲੇਟਡ ਸੀ। ਤਾਂ ਇਸ ਤੋਂ ਬਾਅਦ ਜਿਹੜਾ ਆਪਾਂ ਇੱਕ ਟੌਪਿਕ ਹੋਰ ਕੀਤਾ ਸੀ ਐਡਵਰਬ ਨਾਲ ਰਿਲੇਟਡ ਟੌਪਿਕ ਆਪਣਾ ਲਾਸਟ ਕਲਾਸ ਦੇ ਵਿੱਚ ਇੱਕ ਹੋਰ ਹੋਇਆ ਸੀ ਜਿਹਦੇ ਵਿੱਚ ਆਪਾਂ ਦੇਖਿਆ ਸੀ ਐਡਵਰਬਸ ਆਫ ਫ੍ਰੀਕੁਐਂਸੀ ਦਾ ਟੌਪਿਕ। ਫ੍ਰੀਕੁਐਂਸੀ ਨਾਲ ਰਿਲੇਟਡ ਜਿਹੜੀਆਂ ਤੁਹਾਡੀਆਂ ਐਡਵਰਬਸ ਹੁੰਦੀਆਂ ਉਹਨਾਂ ਦਾ ਸੈਂਟੈਂਸ ਦੇ ਵਿੱਚ ਕੀ ਪੋਜੀਸ਼ਨ ਹੁੰਦਾ ਹੈ। ਦੋ ਟਾਈਪਸ ਦੀ ਆਪਾਂ ਦੇਖਿਆ ਸੀ ਇੱਕ ਡੈਫੀਨਿਟ ਹੁੰਦੀ ਹੈ ਕਿ ਇੰਡੈਫੀਨਿਟ ਹੁੰਦੀ ਹੈ। ਸੋ ਜਿਨ੍ਹਾਂ ਸਟੂਡੈਂਟਸ ਨੇ ਪਿੱਛੇ ਕਲਾਸ ਹੈ ਜਿਹੜੀ ਉਹ ਅਟੈਂਡ ਨਹੀਂ ਕੀਤੀ ਆਈ ਸੁਜੈਸਟ ਕਿ ਪਹਿਲਾਂ ਤੁਸੀਂ ਉਹ ਜਿਹੜੀ ਕਲਾਸ ਹੈ ਉਹ ਅਟੈਂਡ ਕਰ ਲਓ ਫਿਰ ਤੁਸੀਂ ਇਹ ਜਿਹੜਾ ਆਪਣੀ ਅੱਜ ਦੀ ਕਲਾਸ ਦੇਖਣੀ ਹੈ ਬਿਕਾਜ਼ ਜਿਹੜੇ ਟੌਪਿਕ ਤੁਸੀਂ ਪਿਛਲੀ ਕਲਾਸ ਦੇ ਵਿੱਚ ਡਿਸਕਸ ਕੀਤੇ ਆ ਸੇਮ ਹੈ ਜਿਹੜੇ ਆਪਾਂ ਇਸ ਕਲਾਸ ਦੇ ਵਿੱਚ ਵੀ ਉਹਨਾਂ ਨੂੰ ਇੰਪਲੀਮੈਂਟ ਕਰਾਂਗੇ ਉਹਨਾਂ ਨੂੰ ਯੂਜ਼ ਕਰਾਂਗੇ। ਜਿਨ੍ਹਾਂ ਨੂੰ ਪਿਛਲੀ ਕਲਾਸ ਦੇ ਟੌਪਿਕ ਕਲੀਅਰ ਨੇ ਤਾਂ ਉਹ ਜਿਹੜੇ ਕਲਾਸ ਹੈ ਜਿਹੜੇ ਜ਼ਰੂਰ ਅਟੈਂਡ ਕਰਨ ਬਿਕਾਜ਼ ਜਿਹੜੇ ਆਪਣੇ ਟੌਪਿਕ ਨੇ ਮੇਨ ਜਿਹੜੇ ਰੂਲ ਨੇ ਉਹ ਅੱਗੇ ਕਲਾਸ ਦੇ ਵਿੱਚ ਡਿਸਕਸ ਹੋਣਗੇ। ਫਸਟ ਕਲਾਸ ਦੇ ਵਿੱਚ ਆਪਾਂ ਡੈਫੀਨੇਸ਼ਨ ਸੀ ਜਿਹੜੀ ਐਡਵਰਬ ਦੀ ਕਰ ਚੁੱਕੇ ਸੀ ਪਲੱਸ ਜਿਨ੍ਹਾਂ ਨਾਲ ਜਿਹੜੇ ਵਰਡਸ ਜਿਹੜੇ ਤੁਹਾਡੇ ਕੋਲ ਐਡਵਰਬ ਦੇ ਵਿੱਚ ਆਉਣਗੇ ਉਹ ਵਰਡਸ ਵੀ ਆਪਾਂ ਜਿਹੜੇ ਆਪਾਂ ਪਿਛਲੀ ਕਲਾਸ ਦੇ ਵਿੱਚ ਡਿਸਕਸ ਕਰ ਚੁੱਕੇ ਸੀ। ਜਿਵੇਂ ਆਪਣੇ ਕੋਲ ਫ੍ਰੀਕੁਐਂਸੀ ਨਾਲ ਰਿਲੇਟਡ ਐਡਵਰਬਸ ਆਪਾਂ ਦੇਖਿਆ ਸੀ ਟਾਈਮ ਨਾਲ ਰਿਲੇਟਡ ਕਿਹੜੀਆਂ ਐਡਵਰਬਸ ਹੁੰਦੀਆਂ ਨੇ ਤਾਂ ਪਲੇਸ ਨਾਲ ਰਿਲੇਟਡ ਐਡਵਰਬਸ ਕਿਹੜੀਆਂ ਹੁੰਦੀਆਂ ਹੁਣ ਜਿਨ੍ਹਾਂ ਨੇ ਪਿਛਲੀ ਕਲਾਸ ਨਹੀਂ ਦੇਖੀ ਤਾਂ ਪਹਿਲਾਂ ਉਹਨਾਂ ਨੂੰ ਦੇਖੋ ਇਸ ਤੋਂ ਬਾਅਦ ਜਿਹੜੀ ਤੁਸੀਂ ਸੈਕਿੰਡ ਕਲਾਸ ਦੇਖਣੀ ਹੈ। ਹਾਂਜੀ, ਤਾਂ ਹੁਣ ਅੱਗੇ ਤੁਹਾਡੇ ਕੋਲ ਟੈਲੀਗ੍ਰਾਮ ਗਰੁੱਪ ਬਾਰੇ ਥੋੜੀ ਜਿਹੀ ਨੌਲੇਜ ਤੁਹਾਨੂੰ ਦੇ ਦਿੱਤੀ ਜਾਵੇ ਕਿ ਤੁਹਾਡੇ ਕੋਲ ਇੱਕ ਟੈਲੀਗ੍ਰਾਮ ਗਰੁੱਪ ਬਣਿਆ ਹੋਇਆ ਜਿਹਦੇ ਵਿੱਚ ਤੁਹਾਨੂੰ ਹਰ ਇੱਕ ਇੰਪੋਰਟੈਂਟ ਨੋਟੀਫਿਕੇਸ਼ਨ ਜਿਹੜੀ ਹੈ ਉਹ ਪ੍ਰੋਵਾਈਡ ਕਰਵਾਈ ਜਾਂਦੀ ਹੈ ਫਿਰ ਚਾਹੇ ਉਹ ਤੁਹਾਡੇ ਕਿਸੇ ਐਗਜ਼ਾਮ ਨਾਲ ਰਿਲੇਟਡ ਹੋਵੇ ਜਾਂ ਫਿਰ YouTube ਦੇ ਉੱਤੇ ਅਪਲੋਡ ਹੋਣ ਵਾਲੀਆਂ ਤੁਹਾਡੀਆਂ ਕਲਾਸਿਸ ਨਾਲ ਰਿਲੇਟਡ ਹੋਵੇ। ਸੈਕੰਡਲੀ ਜਿਹੜੀ ਤੁਹਾਡੀ ਕਲਾਸ ਦੇ ਨੋਟਸ ਹੁੰਦੇ ਆ YouTube ਦੇ ਉੱਤੇ ਜਿੰਨੇ ਵੀ ਸੈਸ਼ਨ ਤੁਹਾਡੇ ਕਰਵਾਏ ਜਾਂਦੇ ਆ ਉਹਨਾਂ ਨਾਲ ਰਿਲੇਟਡ ਜਿਹੜੀ ਵੀ ਕਲਾਸ ਹੁੰਦੀ ਹੈ ਉੱਥੇ ਜਿਹੜੇ ਨੋਟ ਹੁੰਦੇ ਆ ਪੀਪੀਟੀ ਹੁੰਦੀ ਹੈ ਤੁਹਾਨੂੰ ਇਹ ਟੈਲੀਗ੍ਰਾਮ ਗਰੁੱਪ ਦੇ ਉੱਤੇ ਪ੍ਰੋਵਾਈਡ ਕਰਾਈ ਜਾਂਦੀ ਹੈ। ਮੋਸਟਲੀ ਕੁਝ ਤੁਹਾਡੇ ਜਿਹੜੇ ਹੁੰਦੇ ਆ ਇਸ ਟੈਲੀਗ੍ਰਾਮ ਗਰੁੱਪ ਦੇ ਉੱਤੇ ਚੱਲਦੇ ਆ। ਹੁਣ ਜਿਹੜਾ ਵੀ ਸਟੂਡੈਂਟ ਹੈ ਕਿਸੇ ਵੀ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਹੈ ਜਿਹੜੀ ਉਹ ਕਰ ਰਿਹਾ ਤਾਂ ਉਹਦੇ ਵਾਸਤੇ ਜਿਹੜਾ ਕੁਇਜ਼ ਵਗੈਰਾ ਕਰਨਾ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਬਿਕਾਜ਼ ਇੱਥੋਂ ਤੁਸੀਂ ਜਿਹੜਾ ਆਪਣੇ ਕੁਐਸਚਨ ਦਾ ਲੈਵਲ ਹੈ ਜਿਹੜਾ ਉਹ ਚੈੱਕ ਕਰ ਸਕਦੇ ਹੋ ਜਾਂ ਆਪਣੀ ਪ੍ਰੈਪਰੇਸ਼ਨ ਦਾ ਲੈਵਲ ਚੈੱਕ ਕਰ ਸਕਦੇ ਹੋ। ਕੁਇਜ਼ ਹੈ ਜਿਹੜਾ ਤੁਹਾਡਾ ਨਾਟ ਓਨਲੀ ਇੰਗਲਿਸ਼ ਸਬਜੈਕਟ ਹਰ ਇੱਕ ਸਬਜੈਕਟ ਨਾਲ ਰਿਲੇਟਡ ਜਿਹੜਾ ਤੁਹਾਡਾ ਕੁਇਜ਼ ਆ ਉੱਥੇ ਕਰਵਾਇਆ ਜਾਂਦਾ ਹੈ ਤਾਂ ਕਿ ਤੁਸੀਂ ਇਹ ਜਿਹੜਾ ਆਪਣਾ ਪ੍ਰੈਪਰੇਸ਼ਨ ਦੇ ਵਿੱਚ ਥੋੜਾ ਮੋਟਾ ਜਿਹੜਾ ਵੀ ਤੁਹਾਨੂੰ ਕਿਸੇ ਨਾ ਕਿਸੇ ਟੌਪਿਕ ਦੇ ਵਿੱਚ ਕਮੀ ਲੱਗ ਰਹੀ ਹੈ ਤਾਂ ਉਹਨੂੰ ਜਿਹੜਾ ਤਿਆਰ ਕਰ ਸਕੋ। ਤੇ ਟੈਲੀਗ੍ਰਾਮ ਗਰੁੱਪ ਦਾ ਲਿੰਕ ਕਿੱਥੋਂ ਮਿਲੂਗਾ ਤਾਂ ਇਹ ਹੈ ਜੀ ਤੁਹਾਡੇ ਕੋਲੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਤਾਂ ਤੁਸੀਂ ਇਹ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਤੋਂ ਟੈਲੀਗ੍ਰਾਮ ਗਰੁੱਪ ਜੁਆਇਨ ਕਰ ਲੈਣਾ। ਤਾਂ ਹਾਂਜੀ, ਹੁਣ ਆਪਾਂ ਸਟਾਰਟ ਕਰਦੇ ਹਾਂ ਆਪਣੀ ਅੱਜ ਦੀ ਕਲਾਸ। ਪਹਿਲਾਂ ਹੀ ਤੁਹਾਨੂੰ ਦੱਸ ਦਿੱਤਾ ਗਿਆ ਕਿ ਫਸਟ ਕਲਾਸ ਦੇ ਵਿੱਚ ਕਿਹੜੇ-ਕਿਹੜੇ ਟੌਪਿਕ ਹੋਏ ਸੀ ਸੈਕੰਡ ਕਲਾਸ ਦੇ ਵਿੱਚ ਆਪਾਂ ਟੌਪਿਕ ਡਿਸਕਸ ਕਰਾਂਗੇ ਉਹ ਹੋਣਗੇ ਤੁਹਾਡੇ ਕੋਲੇ ਕੁਝ ਇੰਪੋਰਟੈਂਟ ਰੂਲਸ ਜੋ ਤੁਸੀਂ ਐਡਵਰਬ ਨਾਲ ਰਿਲੇਟਡ ਟੌਪਿਕ ਦੇ ਵਿੱਚ ਦੇਖੋਗੇ। ਹਾਂਜੀ, ਤਾਂ ਫਰਸਟ ਟੌਪਿਕ ਹੈ ਜਿਹੜਾ ਤੁਹਾਡਾ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਦੈਟ ਇਜ਼ ਐਡਵਰਬਸ ਆਫ ਮੈਨਰ। ਤਾਂ ਹੁਣ ਆਪਾਂ ਕੀ ਕੀਤੀਆਂ ਪਿਛਲੀ ਕਲਾਸ ਦੇ ਵਿੱਚ ਆਪਾਂ ਡਿਸਕਸ ਕੀਤਾ ਐਡਵਰਬਸ ਆਫ ਫ੍ਰੀਕੁਐਂਸੀ ਤਾਂ ਜਿਹਦੇ ਵਿੱਚ ਆਪਾਂ ਦੇਖੇ ਸੀਗੇ ਜਿਵੇਂ ਆਪਣੇ ਕੋਲੇ ਵਰਡ ਸੀ ਆਲਵੇਜ਼ ਹੋ ਗਿਆ ਓਫਨ ਹੋ ਗਿਆ ਰੇਅਰਲੀ ਹਾਰਡਲੀ ਨਾਰਮਲੀ ਫ੍ਰੀਕੁਐਂਟਲੀ ਆਪਾਂ ਅਗੇਨ ਟਵਾਈਸ ਵੀਕਲੀ ਮੰਥਲੀ ਤਾਂ ਇਹ ਸਾਰੇ ਵਰਡ ਆਪਾਂ ਐਡਵਰਬ ਆਫ ਫ੍ਰੀਕੁਐਂਸੀ ਦੇ ਵਿੱਚ ਦੇਖੇ ਸੀ। ਤਾਂ ਹੁਣ ਜਿਨ੍ਹਾਂ ਨੇ ਨਹੀਂ ਲਾਈ ਤਾਂ ਉਹ ਪਿਛਲੀ ਕਲਾਸ ਜ਼ਰੂਰ ਅਟੈਂਡ ਕਰ ਲੈਣ ਬਿਕਾਜ਼ ਉੱਥੇ ਆਪਾਂ ਜਿਹੜਾ ਇਹ ਟੌਪਿਕ ਕਰ ਚੁੱਕੇ ਹਾਂ। ਅੱਜ ਦਾ ਜਿਹੜਾ ਤੁਹਾਡਾ ਟੌਪਿਕ ਹੈ ਦੈਟ ਇਜ਼ ਸੈਕਿੰਡ ਟੌਪਿਕ ਆਫ ਦਿਸ ਕਲਾਸ ਇਜ਼ ਐਡਵਰਬਸ ਆਫ ਮੈਨਰ। ਤਾਂ ਹੁਣ ਆਪਾਂ ਜਿਹੜਾ ਐਡਵਰਬਸ ਆਫ ਮੈਨਰ ਤੋਂ ਸਟਾਰਟ ਕਰਾਂਗੇ ਅੱਜ ਦੀ ਕਲਾਸ। ਤਾਂ ਹੁਣ ਹੁੰਦਾ ਕੀ ਹੈ ਮੈਨਰ ਦੇ ਵਿੱਚ ਕੀ ਹੁੰਦਾ ਬੇਸਿਕਲੀ ਦੇਖਿਆ ਜਾਵੇ ਤਾਂ ਮੈਨਰ ਤੁਸੀਂ ਜਿਹੜਾ ਕੋਈ ਕੰਮ ਕਰਦੇ ਹੋ ਪੋਲਾਈਟਲੀ ਕਰ ਰਹੇ ਹੋ ਸੈਂਸਰੀਲੀ ਕਰ ਰਹੇ ਹੋ ਜਾਂ ਤੁਸੀਂ ਜਿਸ ਤਰੀਕੇ ਨਾਲ ਵੀ ਕਰ ਰਹੇ ਹੋ ਤਾਂ ਉਹ ਤੁਹਾਡਾ ਕੀ ਹੁੰਦਾ ਉਹ ਮੈਨਰ ਹੁੰਦਾ। ਤਾਂ ਹੁਣ ਉਹਨਾਂ ਨੂੰ ਕੀ ਕਿਹਾ ਜਾਂਦਾ ਐਡਵਰਬਸ ਆਫ ਮੈਨਰ ਦੇ ਵਿੱਚ ਕਾਊਂਟ ਕੀਤਾ ਜਾਂਦਾ ਹੁਣ ਇਹਨਾਂ ਦੀ ਸੈਂਟੈਂਸ ਦੇ ਵਿੱਚ ਪੋਜੀਸ਼ਨ ਕੀ ਹੋਏਗੀ ਜਿਵੇਂ ਆਪਾਂ ਪਿਛਲੀ ਕਲਾਸ ਦੇ ਵਿੱਚ ਫ੍ਰੀਕੁਐਂਸੀ ਨਾਲ ਰਿਲੇਟਡ ਐਡਵਰਬਸ ਦੀ ਪੋਜੀਸ਼ਨ ਤਾਂ ਚੈੱਕ ਕਰ ਲਈ ਕਿ ਤੁਹਾਡੇ ਕੋਲ ਜੇ ਡੈਫੀਨਿਟ ਫ੍ਰੀਕੁਐਂਸੀ ਵਾਲਾ ਵਰਡ ਯੂਜ਼ ਕੀਤਾ ਜਾ ਰਿਹਾ ਤਾਂ ਉਹਨੂੰ ਤੁਸੀਂ ਸੈਂਟੈਂਸ ਦੇ ਵਿੱਚ ਕਿਸ ਤਰੀਕੇ ਨਾਲ ਪੋਜੀਸ਼ਨ ਉਹਦੀ ਸੈੱਟ ਕਰੋਗੇ। ਜੇ ਤੁਹਾਡੇ ਕੋਲ ਇੰਡੈਫੀਨਿਟ ਫ੍ਰੀਕੁਐਂਸੀ ਵਾਲਾ ਕੋਈ ਵਰਡ ਹੈ ਜਿਹੜਾ ਐਡਵਰਬ ਯੂਜ਼ ਕੀਤੀ ਜਾ ਰਹੀ ਹੈ ਤਾਂ ਉਹਨੂੰ ਤੁਸੀਂ ਕਿਸ ਤਰੀਕੇ ਨਾਲ ਜਿਹੜਾ ਸੈਂਟੈਂਸ ਦੇ ਵਿੱਚ ਪਲੇਸ ਕਰੋਗੇ। ਅੱਜ ਦਾ ਜਿਹੜਾ ਟੌਪਿਕ ਹੈ ਤੁਹਾਡਾ ਐਡਵਰਬਸ ਆਫ ਮੈਨਰ ਨਾਲ ਰਿਲੇਟਡ ਹੈ। ਸਭ ਤੋਂ ਪਹਿਲਾਂ ਤਾਂ ਚੈੱਕ ਕਰਾਂਗੇ ਕਿ ਐਡਵਰਬਸ ਆਫ ਮੈਨਰ ਜਿਹੜਾ ਤੁਹਾਡੇ ਕੋਲ ਸੈਂਟੈਂਸ ਦੇ ਵਿੱਚ ਕਿਸ ਤਰੀਕੇ ਨਾਲ ਯੂਜ਼ ਕੀਤਾ ਜਾਏਗਾ। ਹਾਂਜੀ,
Adverbs of manner are placed only after the intransitive verb। ਤਾਂ ਹੁਣ ਤੁਹਾਡੇ ਕੋਲ ਇੱਕ ਨਵਾਂ word ਹੈਗਾ intransitive verb। ਤਾਂ ਹੁਣ ਹੁੰਦਾ ਕੀ ਹੈ, ਵੇਖਿਆ ਜਾਵੇ ਤਾਂ ਤੁਹਾਡੇ ਕੋਲੇ verb ਦਾ ਜਿਹੜਾ ਟੌਪਿਕ ਹੈ ਆਪਾਂ ਹਜੇ ਕਲਾਸ ਦੇ ਵਿੱਚ ਡਿਸਕਸ ਨਹੀਂ ਕੀਤਾ। ਤੇ ਤੁਹਾਡੇ ਕੋਲੇ verb ਹੈ ਜਿਹੜਾ ਦੋ ਟਾਈਪ ਦਾ ਹੁੰਦਾ। ਬੇਸਿਕਲੀ ਦੇਖੀਏ ਤਾਂ verb ਹੈ ਜਿਹੜੀ ਉਹ ਦੋ ਪਾਰਟਸ ਦੇ ਵਿੱਚ ਡਿਵਾਈਡ ਹੈ ਜਿਹੜੀ ਉਹ ਕੀਤੀ ਜਾਂਦੀ ਹੈ। ਇੱਕ ਨੂੰ ਆਪਾਂ ਕਹਿ ਦਿੰਦੇ ਹਾਂ ਇੰਟ੍ਰਾਂਜ਼ਿਟਿਵ, ਇੱਕ ਹੁੰਦੀ ਹੈ ਤੁਹਾਡੇ ਕੋਲੇ ਟ੍ਰਾਂਜ਼ਿਟਿਵ। ਤਾਂ ਹੁਣ ਇਹਨਾਂ ਦੇ ਵਿੱਚ ਡਿਫਰੈਂਸ ਕੀ ਹੈ, ਕਿੱਥੇ ਤੁਹਾਡੇ ਕੋਲੇ ਇੰਟ੍ਰਾਂਜ਼ਿਟਿਵ verb ਆਏਗੀ, ਕਿੱਥੇ ਇੰਟ੍ਰਾਂਜ਼ਿਟਿਵ verb ਆਏਗੀ, ਜਾਂ ਇੰਟ੍ਰਾਂਜ਼ਿਟਿਵ verb ਕੀ ਹੁੰਦੀ ਹੈ ਤੇ ਟ੍ਰਾਂਜ਼ਿਟਿਵ verb ਕੀ ਹੁੰਦੀ ਹੈ। ਤਾਂ ਇੱਕ ਚੀਜ਼ ਜਿਹੜੀ ਤੁਸੀਂ ਨੋਟ ਕਰੋਗੇ ਕਿ ਇੰਟ੍ਰਾਂਜ਼ਿਟਿਵ verb ਉਹ ਹੁੰਦੀ ਹੈ ਜਿਹਦੇ ਲਈ ਆਬਜੈਕਟ ਦੀ ਲੋੜ ਨਹੀਂ ਹੁੰਦੀ, नो ऑब्जेक्ट। मतलब ਜਿਹੜਾ ਇੰਟ੍ਰਾਂਜ਼ਿਟਿਵ verb ਹੋਣਗੇ ਤੁਹਾਡੇ ਕੋਲੇ ਉਹਨਾਂ ਨੂੰ ਸਬਜੈਕਟ ਦੀ ਲੋੜ ਨਹੀਂ ਹੁੰਦੀ, ਉਹ ਆਪਣੇ ਆਪ ਦੇ ਵਿੱਚ ਆ ਜਿਹੜਾ ਮੀਨਿੰਗ ਆ ਆਪਣੇ ਆਪ ਡਿਪਿਕਟ ਕਰ ਦਿੰਦੇ ਆ। ਮੀਨਿੰਗ ਹੈ ਜਿਹੜਾ ਉਹ ਆਪਣੇ ਆਪ ਹੈ ਜਿਹੜਾ ਉਹ ਦੱਸ ਦਿੰਦੇ ਆ, ਇਹਨਾਂ ਨੂੰ ਹੋਰ ਕਿਸੇ ਆਬਜੈਕਟ ਦੀ ਲੋੜ ਨਹੀਂ ਪੈਂਦੀ ਜਿਹੜਾ ਉਹਨਾਂ ਦਾ ਮੀਨਿੰਗ ਦੱਸੇ। ਬਟ ਜਿਹੜੇ ਟ੍ਰਾਂਜ਼ਿਟਿਵ verb ਹੁੰਦੇ ਆ ਉਹਨਾਂ ਦੇ ਵਾਸਤੇ ਜਿਹੜਾ ਤੁਹਾਡੇ ਕੋਲੇ ਆਬਜੈਕਟ ਜ਼ਰੂਰੀ ਹੁੰਦਾ ਹੈ। ਆਬਜੈਕਟ ਕੰਪਲਸਰੀ ਹੈ, ਜੇ ਆਬਜੈਕਟ ਹੈ ਫਿਰ ਹੀ ਤੁਹਾਡੇ ਕੋਲੇ ਟ੍ਰਾਂਜ਼ਿਟਿਵ verb ਦਾ ਮੀਨਿੰਗ ਤੁਹਾਨੂੰ ਪਤਾ ਲੱਗਿਆ, ਅਦਰਵਾਈਜ਼ ਤੁਸੀਂ ਮੀਨਿੰਗ ਹੈ ਜਿਹੜਾ ਟ੍ਰਾਂਜ਼ਿਟਿਵ verb ਦਾ ਪਤਾ ਨਹੀਂ ਕਰ ਸਕੋਗੇ। ਫॉर एग्जांपल ਹੁਣ ਇੰਟ੍ਰਾਂਜ਼ਿਟਿਵ verb ਤੁਹਾਡੇ ਕੋਲੇ ਕਿਹੜੇ ਵਰਡ ਆ ਜਾਂਦੇ ਆ, ਜਿਵੇਂ ਆਪਾਂ ਰਨ ਵਰਡ ਯੂਜ਼ ਕਰਦੇ ਹਾਂ ਰਨ ਭੱਜਣਾ ਹਨਾ। ਤਾਂ ਹੁਣ ਰਨ ਹੈ ਜਿਹੜਾ ਤੁਹਾਡੇ ਕੋਲੇ ਕੀ ਹੈ, ਇੱਕ ਇੰਟ੍ਰਾਂਜ਼ਿਟਿਵ verb ਹੈ। ਜਿਵੇਂ ਮੈਂ ਸੈਂਟੈਂਸ ਕਹਾਂ ਹੀ ਰੈਨ, ਉਹ ਭੱਜ ਗਿਆ, ਹੀ ਰੈਨ ਹੁਣ ਜਾਂ ਉਹ ਭੱਜਿਆ, ਤਾਂ ਤੁਹਾਡੇ ਕੋਲੇ ਕੀ ਆ ਗਿਆ ਰੈਨ ਵਰਡ ਯੂਜ਼ ਕੀਤਾ ਹੋਇਆ। ਅਗੇਨ ਤੁਹਾਡੇ ਕੋਲੇ ਕੀ ਹੈ, ਇੱਕ ਇੰਟ੍ਰਾਂਜ਼ਿਟਿਵ verb ਹੈ। ਹੁਣ ਉਹ ਕਿੱਥੇ ਭੱਜਿਆ, ਕਿਹਦੇ ਨਾਲ ਭੱਜਿਆ, ਕੀ ਕੀਤਾ ਉਹਨੇ, ਤਾਂ ਉਹ ਵਾਲੀ ਚੀਜ਼ ਹੈ ਜਿਹੜੀ ਤੁਹਾਨੂੰ ਜਾਣਨ ਦੀ ਲੋੜ ਨਹੀਂ, ਸਿੰਪਲ ਤੁਹਾਨੂੰ ਪਤਾ ਲੱਗ ਜਾਏਗੀ ਕੋਈ ਪਰਸਨ ਹੈ ਜਿਹੜਾ ਉਹ ਭੱਜੇ। ਅੱਗੇ ਤੁਹਾਡੇ ਕੋਲੇ ਹੋਰ ਇੱਕ ਵਰਡ ਦੇਖ ਲੈਂਦੇ ਹਾਂ ਆਪਾਂ, ਰਨ ਵਰਡ ਹੋ ਗਿਆ ਆਪਣੇ ਕੋਲੇ ਇੰਟ੍ਰਾਂਜ਼ਿਟਿਵ verb ਹੈ। ਸਿਮਿਲਰਲੀ ਤੁਹਾਡੇ ਕੋਲੇ ਇੱਕ ਵਰਡ ਹੁੰਦਾ ਜਿਵੇਂ ਲਾਫ, ਲਾਫ ਆਪਾਂ ਯੂਜ਼ ਕਰ ਲੈਂਦੇ ਹਾਂ, ਲਾਫ ਦਾ ਮਤਲਬ ਹੁੰਦਾ ਹੱਸਣਾ ਹਨਾ। ਤਾਂ ਹੁਣ ਆਪਾਂ ਯੂਜ਼ ਕਰੀਏ ਜਿਵੇਂ ਸ਼ੀ ਲਾਫਡ, ਲਾਫਡ। ਹੁਣ ਲਾਸਟ ਵਰਡ ਹੈ ਜਿਹੜਾ ਤੁਹਾਡੇ ਕੋਲ ਇੱਕ ਇੰਟ੍ਰਾਂਜ਼ਿਟਿਵ verb ਹੈ। ਇਸ ਤੋਂ ਬਾਅਦ ਜੇ ਤੁਸੀਂ ਆਬਜੈਕਟ ਨਹੀਂ ਵੀ ਲਿਖਦੇ ਤਾਂ ਵੀ ਇਹਦਾ ਮੀਨਿੰਗ ਆਪਾਂ ਨੂੰ ਕਲੀਅਰ ਹੈ ਵੀ ਮਤਲਬ ਸ਼ੀ ਲਾਫਡ ਦਾ ਮਤਲਬ ਕਿ ਉਹ ਹੱਸੀ। ਤਾਂ ਤੁਹਾਡੇ ਕੋਲ ਕੀ ਆ ਗਿਆ ਇਹਦਾ ਮੀਨਿੰਗ ਕਲੀਅਰ ਹੈ, ਸੋ ਤੁਸੀਂ ਯੂਜ਼ ਕਰੋਗੇ ਅਗੇਨ ਇਹਨੂੰ ਐਜ਼ ਇਟ ਇਜ਼ ਯੂਜ਼ ਕਰ ਲਓਗੇ, ਇਹਦੇ ਵਾਸਤੇ ਅਲੱਗ ਤੋਂ ਆਬਜੈਕਟ ਲਿਖਣ ਦੀ ਲੋੜ ਨਹੀਂ। ਟ੍ਰਾਂਜ਼ਿਟਿਵ verb ਵਿੱਚ ਤੁਹਾਡੇ ਕੋਲ ਜਿਹੜੇ ਵਰਡ ਆ ਜਾਂਦੇ ਉਹਨਾਂ ਦੇ ਵਾਸਤੇ ਤੁਹਾਨੂੰ ਜਿਹੜਾ ਆਬਜੈਕਟ ਦੀ ਲੋੜ ਪੈਂਦੀ ਹੈ। ਜੇ ਤੁਹਾਡੇ ਕੋਲ ਆਬਜੈਕਟ ਨਹੀਂ ਹੈ ਤਾਂ ਤੁਹਾਡੇ ਕੋਲ ਟ੍ਰਾਂਜ਼ਿਟਿਵ verb ਦਾ ਮੀਨਿੰਗ ਤੁਹਾਨੂੰ ਨਹੀਂ ਪਤਾ ਲੱਗੇਗਾ। ਫॉर एग्जांपल ਜੇ ਮੈਂ ਕਹਾਂ ਹੀ ਏਟ, ਏਟ ਵਰਡ ਯੂਜ਼ ਕੀਤਾ ਮੈਂ, ਏਟ ਦਾ ਮਤਲਬ ਕੀ ਹੁੰਦਾ ਖਾਣਾ। ਈਟ ਏਟ, ਏਟ ਦਾ ਤੁਸੀਂ ਵਰਡਸ ਜਿਹੜੇ ਹੈਗੇ ਸੁਣੇ ਹੋਣਗੇ ਬਹੁਤ ਹੈ ਇਹ। ਏਟ ਦਾ ਮਤਲਬ ਕੀ ਹੁੰਦਾ ਖਾਣਾ, ਹੀ ਏਟ। ਹੁਣ ਕੀ ਚੀਜ਼ ਖਾਧੀ ਗਈ, ਤਾਂ ਇਹ ਕੀ ਆ ਗਿਆ ਤੁਹਾਡੇ ਕੋਲੇ ਟ੍ਰਾਂਜ਼ਿਟਿਵ verb ਦੇ ਵਿੱਚ ਆ ਗਿਆ। ਤਾਂ ਇਹਦੇ ਵਾਸਤੇ ਤੁਹਾਨੂੰ ਆਬਜੈਕਟ ਚਾਹੀਦਾ, ਜਿਵੇਂ ਮੈਂ ਕਹਾ ਹੀ ਏਟ ਸੈਂਡਵਿਚ, ਹੀ ਏਟ ਸੈਂਡਵਿਚ। ਹੁਣ ਤੁਹਾਡੇ ਕੋਲ ਜੇ ਏਟ ਤੋਂ ਬਾਅਦ ਆਬਜੈਕਟ ਹੈ ਫਿਰ ਤਾਂ ਪਤਾ ਲੱਗ ਗਿਆ ਕਿ ਉਹਨੇ ਇਹ ਖਾਧਾ ਹਨਾ, ਤੁਹਾਡੇ ਕੋਲ ਮੀਨਿੰਗ ਕਲੀਅਰ ਹੋ ਗਿਆ। ਬਟ ਜੇ ਸਿੰਪਲ ਤੁਸੀਂ ਕਹੋ ਹੀ ਏਟ ਤਾਂ ਉੱਥੇ ਤੁਹਾਡੇ ਕੋਲ ਏਟ ਦਾ ਮੀਨਿੰਗ ਹੈ ਜਿਹੜਾ ਉਹ ਕਲੀਅਰ ਨਹੀਂ ਹੋਏਗਾ। ਤਾਂ ਇਹ ਟ੍ਰਾਂਜ਼ਿਟਿਵ ਵਰਬਸ ਹੁੰਦੀਆਂ ਨੇ। ਸਿਮਿਲਰਲੀ ਤੁਹਾਡੇ ਕੋਲ ਜਿਵੇਂ ਆਪਾਂ ਵਰਡ ਬਣ ਆ ਰਿਹਾ ਹੀ ਪੇਂਟਡ, ਹੀ ਪੇਂਟਡ। ਹੁਣ ਪੇਂਟ ਕਰਨਾ, ਅਗੇਨ ਪੇਂਟ ਕੀਤਾ ਗਿਆ, ਕੁਛ ਕਿਸ ਚੀਜ਼ ਪੇਂਟ ਕੀਤੀ ਹੈ, ਹੀ ਪੇਂਟਡ ਪਿਕਚਰ ਕਹਿ ਰਿਹਾ ਮੈਂ, ਹੀ ਪੇਂਟਡ ਸੀਨਰੀ ਕਹਤਾ। ਤਾਂ ਅਗੇਨ ਤੁਹਾਡੇ ਕੋਲ ਪੇਂਟਡ ਵਰਡ ਯੂਜ਼ ਕੀਤਾ ਹੋਇਆ। ਤਾਂ ਪੇਂਟਡ ਹੈ ਜਿਹੜੀ ਇੱਕ verb ਹੈ ਜੋ ਕਿ ਇੱਕ ਟ੍ਰਾਂਜ਼ਿਟਿਵ verb ਦੀ ਕੈਟਾਗਰੀ ਦੇ ਵਿੱਚ ਆਉਂਦੀ ਹੈ। ਜਿੰਨਾ ਚਿਰ ਇਹਦੇ ਨਾਲ ਆਬਜੈਕਟ ਨਹੀਂ ਆਏਗਾ ਨਾ ਮੀਨਿੰਗ ਕਲੀਅਰ ਨਹੀਂ ਹੋਏਗਾ। ਹੀ ਪੇਂਟਡ ਦਾ ਕੋਈ ਮੀਨਿੰਗ ਨਹੀਂ, ਬਟ ਜਦੋਂ ਪੇਂਟਡ ਤੋਂ ਬਾਅਦ ਇਹਦਾ ਆਬਜੈਕਟ, ਜਿਵੇਂ ਹੀ ਪੇਂਟਡ ਅ ਪੇਂਟਿੰਗ, ਹੀ ਪੇਂਟਡ ਅ ਸਿੰਪਲ ਕਹਿ ਲਓ ਕੋਈ ਪੇਜ ਕਹਤਾ, ਹੀ ਪੇਂਟਡ ਅ ਪੇਜ, ਹੀ ਪੇਂਟਡ ਹਿਸ ਡਰੈਸ। ਤਾਂ ਉਹ ਸੇਮ ਚੀਜ਼ ਹੈ ਤੁਹਾਡੇ ਕੋਲ ਟ੍ਰਾਂਜ਼ਿਟਿਵ ਦੀ ਫਾਰਮ ਦੇ ਵਿੱਚ ਆ ਜਾਏਗਾ। ਤਾਂ ਜੇ ਤੁਸੀਂ ਪੇਂਟ ਵਰਡ ਯੂਜ਼ ਕਰ ਰਹੇ ਹੋ ਤਾਂ ਅਗੇਨ ਤੁਹਾਡੇ ਕੋਲ ਟ੍ਰਾਂਜ਼ਿਟਿਵ ਹੈ ਤੇ ਤੁਸੀਂ ਇਹ ਜਿਹੜਾ ਇਹਦੇ ਵਾਸਤੇ ਆਬਜੈਕਟ ਯੂਜ਼ ਕਰੋਗੇ। ਇਨਟ੍ਰਾਂਜ਼ਿਟਿਵ ਦੇ ਤੁਹਾਡੇ ਵਾਸਤੇ ਇਹਦੇ ਵਿੱਚ ਆਬਜੈਕਟ ਦੀ ਲੋੜ ਨਹੀਂ ਪੈਂਦੀ। ਤਾਂ ਇਨਟ੍ਰਾਂਜ਼ਿਟਿਵ ਵਰਬਸ ਨੇ ਜਿਹੜੇ ਤੁਹਾਡੇ ਕੋਲ ਬਿਨਾਂ ਆਬਜੈਕਟ ਤੋਂ ਵੀ ਯੂਜ਼ ਕੀਤੀਆਂ ਜਾ ਸਕਦੀਆਂ। ਤਾਂ ਇਹ ਦੋ ਟਾਈਪਸ ਨੇ ਜਿਹੜੀਆਂ ਤੁਸੀਂ verb ਦੀਆਂ ਦੇਖੀਆਂ। ਹੁਣ ਦੇਖੋ ਜੀ ਤੁਹਾਡੇ ਕੋਲ verb of manner। ਹੁਣ ਆਪਾਂ ਪਹਿਲਾਂ ਤੁਹਾਡੇ ਕੋਲ ਇਹ ਚੀਜ਼ ਇੰਟ੍ਰਾਂਜ਼ਿਟਿਵ ਤੇ ਟ੍ਰਾਂਜ਼ਿਟਿਵ verb ਬਾਰੇ ਦੱਸਣ ਦਾ ਤੁਹਾਡਾ ਇਹੀ ਮਕਸਦ ਤੁਹਾਨੂੰ ਮੇਰਾ ਇਹੀ ਸੀ ਕਿ ਤੁਸੀਂ ਪਤਾ ਕਰ ਲਓ ਕਿ ਇੰਟ੍ਰਾਂਜ਼ਿਟਿਵ verb ਕੀ ਹੁੰਦੀ ਹੈ ਤੇ ਟ੍ਰਾਂਜ਼ਿਟਿਵ ਕੀ ਹੁੰਦੀ ਹੈ, ਕਿਉਂਕਿ verb of manner ਹੈ ਜਿਹੜਾ ਇਹੀ ਚੀਜ਼ ਦੇ ਉੱਤੇ ਡਿਪੈਂਡ ਕਰਦਾ ਹੈ। ਤਾਂ ਹੁਣ ਦੇਖੋ ਆਰ ਪਲੇਸਡ ਓਨਲੀ ਆਫਟਰ ਇੰਟ੍ਰਾਂਜ਼ਿਟਿਵ verb, ਮਤਲਬ ਇੰਟ੍ਰਾਂਜ਼ਿਟਿਵ verb ਜਿਹਦੇ ਵਾਸਤੇ ਤੁਹਾਨੂੰ ਆਬਜੈਕਟ ਦੀ ਲੋੜ ਨਹੀਂ ਹੈ, ਆਬਜੈਕਟ ਨਹੀਂ ਚਾਹੀਦਾ। ਇੰਟ੍ਰਾਂਜ਼ਿਟਿਵ verb ਆਪਣਾ ਮੀਨਿੰਗ ਆਪਣੇ ਆਪ ਦੇ ਦਿੰਦੀ ਹੈ। ਸੈਕਿੰਡ ਹੈ ਤੁਹਾਡੇ ਕੋਲ ਐਡਵਰਬ ਕੈਨ ਬੀ ਪਲੇਸਡ ਈਦਰ ਬਿਫੋਰ ਔਰ ਆਫਟਰ ਟ੍ਰਾਂਜ਼ਿਟਿਵ verb। ਬਟ ਕਈ ਵਾਰ ਕੀ ਹੁੰਦਾ ਤੁਹਾਡੇ ਕੋਲੇ ਜੇ ਟ੍ਰਾਂਜ਼ਿਟਿਵ verb ਦਿੱਤੀ ਹੋਵੇ ਇੰਟ੍ਰਾਂਜ਼ਿਟਿਵ ਦੇ ਕੇਸ ਦੇ ਵਿੱਚ ਆਫਟਰ ਹੀ ਪਲੇਸ ਕੀਤੀ ਜਾਊਗੀ, ਹਮੇਸ਼ਾ verb ਤੋਂ ਬਾਅਦ ਦੇ ਵਿੱਚ ਕੀਤੀ ਜਾਊਗੀ। ਬਟ ਜੇ ਤੁਹਾਡੇ ਕੋਲੇ verb ਟ੍ਰਾਂਜ਼ਿਟਿਵ ਹੈ ਤਾਂ ਉਹਨੂੰ ਤੁਸੀਂ ਪਹਿਲਾਂ ਵੀ ਪਲੇਸ ਕਰ ਸਕਦੇ ਹੋ ਤੇ ਬਾਅਦ ਦੇ ਵਿੱਚ ਵੀ ਪਲੇਸ ਹੈ ਜਿਹੜੀ ਉਹ ਕੀਤੀ ਜਾ ਸਕਦੀ ਹੈ। ਹੁਣ ਇਸੇ ਵਾਲੇ ਕੰਸੈਪਟ ਨੂੰ ਆਪਾਂ ਦੇਖਾਂਗੇ ਵਿਦ ਕੁਐਸਚਨਸ, ਤਾਂ ਜੋ ਤੁਹਾਡਾ ਜਿਹੜਾ ਕੰਸੈਪਟ ਹੈ ਕਲੀਅਰ ਹੋਵੇ। ਉਸ ਤੋਂ ਪਹਿਲਾਂ ਦੇਖਦੇ ਹਾਂ ਕੁਝ ਐਡਵਰਬਸ ਆਫ ਮੈਨਰ। ਤਾਂ ਹੁਣ ਕਿਹੜੀਆਂ ਐਡਵਰਬਸ ਨੇ ਜਿਹੜੀਆਂ ਤੁਹਾਡੇ ਕੋਲੇ ਮੈਨਰ ਦੀ ਕੈਟਾਗਰੀ ਦੇ ਵਿੱਚ ਆ ਜਾਣਗੀਆਂ। ਦੇਖੋ ਜੀ ਕਲੀਅਰਲੀ, ਵਾਇਸਲੀ, ਡਿਫਰੈਂਟਲੀ, ਅਮਿਊਜ਼ਿੰਗਲੀ, ਸਲੋਲੀ, ਵੈਲ, ਸਾਊਂਡਲੀ, ਪੋਲਾਈਟਲੀ, ਸੈਂਸਰਲੀ। ਤਾਂ ਇਹ ਸਾਰੇ ਕਿਸਨੇ ਤੁਹਾਡੇ ਕੋਲੇ ਵਰਬਸ ਆਫ ਮੈਨਰ ਦੇ ਵਿੱਚ ਆ ਜਾਂਦੇ ਆ। ਕਿਸੇ ਚੀਜ਼ ਦਾ ਮੈਨਰ ਦੱਸਦੇ ਆ, ਤਰੀਕਾ ਦੱਸਦੇ ਵੀ ਕੋਈ ਕੰਮ ਹੈ ਜਿਹੜਾ ਉਹ ਕਿਸ ਤਰੀਕੇ ਨਾਲ ਹੋ ਰਿਹਾ। ਸੋ ਵਰਬਸ ਆਫ ਮੈਨਰ। ਹੁਣ ਦੇਖਦੇ ਹਾਂ ਪਹਿਲਾਂ ਨਾਲ ਰਿਲੇਟਡ ਕੁਐਸਚਨ।
ਦੇਖੋ ਜੀ, ਤਾਂ ਫਰਸਟ ਕੁਐਸਚਨ ਹੈ ਜਿਹੜਾ ਤੁਹਾਡੀ ਸਕਰੀਨ ਦੇ ਉੱਤੇ ਤੁਹਾਨੂੰ ਸ਼ੋ ਹੋ ਰਿਹਾ ਹੈ। ਸਭ ਤੋਂ ਪਹਿਲਾਂ ਤੁਸੀਂ ਚੈੱਕ ਕੀ ਕਰੋਗੇ, ਇਹ ਵਾਲਾ ਪਾਰਟ ਹੈ ਜਿਹੜਾ ਤੁਹਾਡੇ ਕੋਲੇ ਪੁੱਛਿਆ ਜਾ ਰਿਹਾ ਸਪੋਟਿੰਗ ਦਾ ਐਰਰਸ ਵਾਲੇ ਪੋਰਸ਼ਨ ਦੇ ਵਿੱਚੋਂ ਤੁਸੀਂ ਚੈੱਕ ਕਰੋਗੇ 4 ਪਾਰਟ ਨੇ। ਚਾਰਾਂ ਦੇ ਵਿੱਚੋਂ ਤੁਹਾਡੇ ਕੋਲੇ ਕੋਈ ਪਾਰਟ ਇਹੋ ਜਿਹਾ ਹੋਊਗਾ ਜਿਹਨਾਂ ਦੇ ਵਿੱਚ ਤੁਹਾਡੇ ਕੋਲੇ ਐਰਰ ਹੋਗੀ। ਏ ਬੀ ਸੀ ਦੇ ਵਿੱਚ ਤੁਸੀਂ ਐਰਰ ਫਾਈਂਡ ਆਊਟ ਕਰਨੀ ਹੈ। ਜੇ ਤੁਹਾਡਾ ਏ ਬੀ ਸੀ ਦੇ ਵਿੱਚ ਕੋਈ ਐਰਰ ਨਹੀਂ ਹੈ ਤਾਂ ਤੁਸੀਂ ਡੀ ਆਂਸਰ ਹੈ ਜਿਹੜਾ ਉਹ ਟਿਕ ਕਰ ਦੋਗੇ, ਨੋ ਐਰਰ। ਹਾਂਜੀ, ਚੈੱਕ ਕਰੋ ਕਿਹੜੇ ਪਾਰਟ ਦੇ ਵਿੱਚ ਐਰਰ ਹੈ। ਹੀ ਓਨੈਸਟਲੀ ਵਰਕ ਦੇਅਰ, ਡੀ ਪਾਰਟ ਹੈ ਜੀ ਤੁਹਾਡਾ ਨੋ ਐਰਰ। ਤਾਂ ਹੁਣ ਚੈੱਕ ਕਰੋ, ਆਪਾਂ ਕੀ ਕੀਤਾ, ਸਿਰਫ ਦੇਖਿਆ ਕਿ ਜੇ ਤੁਹਾਡੇ ਕੋਲ ਐਡਵਰਬ ਫॉर्म ਮੈਟਰ ਹੋਵੇ, ਕੋਈ ਕੰਮ ਓਨੈਸਟਲੀ ਹੋ ਰਿਹਾ ਹੈ, ਮੀਨਸ ਕਿਸੇ ਚੀਜ਼ ਦਾ ਤਰੀਕਾ ਹੀ ਦੱਸਿਆ ਜਾ ਰਿਹਾ ਹੈ ਨਾ। ਓਨੈਸਟਲੀ ਕੀ ਹੈ, ਤੁਹਾਡੇ ਕੋਲ ਐਡਵਰਬ ਫॉर्म ਮੈਨਰ ਹੈ, ਐਡਵਰਬ ਆਫ ਮੈਨਰ। ਤਾਂ ਹੁਣ ਆਪਾਂ ਦੋ ਤਰੀਕੇ ਨਾਲ ਦੇਖਿਆ ਕਿ ਐਡਵਰਬ ਆਫ ਮੈਨਰ ਵੀ ਦੋ ਤਰੀਕਿਆਂ ਨਾਲ ਪਲੇਸ ਕੀਤਾ ਜਾਂਦਾ, ਇੱਕ ਤਾਂ ਟ੍ਰਾਂਜ਼ਿਟਿਵ ਵਰਬ ਦੇ ਕੇਸ ਦੇ ਵਿੱਚ, ਇੱਕ ਹੈ ਤੁਹਾਡੇ ਕੋਲ ਇੰਟ੍ਰਾਂਜ਼ਿਟਿਵ ਵਰਬ ਦੇ ਕੇਸ ਦੇ ਵਿੱਚ। ਜਿੱਥੇ ਤੁਹਾਡੇ ਕੋਲ ਵਰਬ ਇੰਟ੍ਰਾਂਜ਼ਿਟਿਵ ਹੋਗੀ ਤਾਂ ਇਹਦੀ ਪੋਜੀਸ਼ਨ ਹੋਏਗੀ ਆਫਟਰ ਵਰਬ, ਐਂਡ ਜੇ ਤੁਹਾਡੇ ਕੋਲ ਟ੍ਰਾਂਜ਼ਿਟਿਵ ਵਰਬ ਹੈ ਤਾਂ ਉਹ ਪਹਿਲਾਂ ਵੀ ਯੂਜ਼ ਕੀਤਾ ਜਾ ਸਕਦਾ, ਬਿਫੋਰ ਵੀ ਪਲੇਸ ਕੀਤੀ ਜਾ ਸਕਦੀ ਹੈ, ਤੇ ਆਫਟਰ ਵੀ ਹੈ ਜਿਹੜੀ ਉਹਦੀ ਪੋਜੀਸ਼ਨ ਹੋ ਸਕਦੀ ਹੈ। ਹੁਣ ਤੁਸੀਂ ਚੈੱਕ ਕੀ ਕਰਨਾ ਹੈ, ਸਿਰਫ ਵਰਬ ਨੂੰ ਦੇਖਣਾ ਹੈ। ਹੁਣ ਇੱਥੇ ਵਰਬ ਦੇਖੋ ਕਿਹੜੀ ਹੈ, ਹੀ ਓਨੈਸਟਲੀ ਵਰਕਡ। ਓਨੈਸਟਲੀ ਤਾਂ ਤੁਹਾਡੇ ਕੋਲ ਐਡਵਰਬ ਆਫ ਮੈਨਰ ਹੋ ਗਿਆ, ਦੇਅਰ ਤੁਹਾਡੇ ਕੋਲ ਐਡਵਰਬ ਆਫ ਪਲੇਸ ਹੋ ਗਿਆ। ਤਾਂ ਤੁਸੀਂ ਚੈੱਕ ਕਰੋਗੇ ਤੁਹਾਡੇ ਕੋਲ ਵਰਬ ਐਡਵਰਬ ਹੈ ਜਿਹੜਾ ਇਹ ਮੇਨ ਵਰਬ ਹੈ, ਵਰਬ ਹੈ। ਹੁਣ ਕਿਸੇ ਨੇ ਕੰਮ ਕੀਤਾ, ਹੀ ਵਰਕਡ, ਵਰਕਡ ਕੀ ਹੈ ਤੁਹਾਡੇ ਕੋਲੇ ਇੰਟ੍ਰਾਂਜ਼ਿਟਿਵ ਵਰਬ ਹੈ। ਇੰਟ੍ਰਾਂਜ਼ਿਟਿਵ ਵਰਬ ਮਤਲਬ ਕਿਸੇ ਨੇ ਕੰਮ ਕੀਤਾ, ਤਾਂ ਤੁਹਾਨੂੰ ਹੁਣ ਇਹ ਚੀਜ਼ ਪੁੱਛਣ ਦੀ ਲੋੜ ਨਹੀਂ ਹੈ ਕਿ ਕੀ ਕੰਮ ਕੀਤਾ ਜਾਂ ਕਿਹਦੇ ਲਈ ਕੀਤਾ, ਕੁਛ ਤੁਹਾਨੂੰ ਇਹ ਜਿਹੜਾ ਆਂਸਰ ਪਤਾ ਲੱਗ ਗਿਆ, ਹੀ ਵਰਕਡ, ਉਹਨੇ ਕੁਛ ਕੀਤਾ। ਤਾਂ ਹੁਣ ਕੀ ਕੀਤਾ ਇਹ ਚੀਜ਼ ਜਾਣਨ ਦੀ ਲੋੜ ਨਹੀਂ। ਸੋ ਇਹ ਕੀ ਆਪਣੇ ਕੋਲ ਆ ਗਈ ਇੰਟ੍ਰਾਂਜ਼ਿਟਿਵ ਵਰਬ ਹੈ, ਤੇ ਇੰਟ੍ਰਾਂਜ਼ਿਟਿਵ ਵਰਬ ਦੇ ਕੇਸ ਦੇ ਵਿੱਚ ਤੁਹਾਡੇ ਕੋਲ ਐਡਵਰਬ ਆਫ ਮੈਨਰ ਦੀ ਪਲੇਸ ਕੀ ਹੁੰਦੀ ਹੈ ਆਫਟਰ ਵਰਬ। ਤਾਂ ਤੁਸੀਂ ਓਨੈਸਟਲੀ ਨੂੰ ਵਰਬ ਤੋਂ ਬਾਅਦ ਪਲੇਸ ਕਰਨਾ ਹੈ, ਪਹਿਲਾਂ ਪਲੇਸ ਨਹੀਂ ਹੋਏਗਾ। ਬੀ ਆਪਸ਼ਨ ਹੈ ਜਿਹੜੀ ਤੁਹਾਡੀ ਆਂਸਰ ਹੋਏਗੀ। ਸੋ ਤੁਸੀਂ ਸਿੰਪਲੀ ਬੀ ਹੈ ਜਿਹੜਾ ਉਹ ਟਿਕ ਕਰ ਦੋਗੇ। ਤਾਂ ਆਂਸਰ ਕੀ ਹੋਣਾ ਚਾਹੀਦਾ ਹੈ, ਵਰਬਡ ਓਨੈਸਟਲੀ, ਵਰਬਡ ਓਨੈਸਟਲੀ। ਤਾਂ ਤੁਸੀਂ ਐਵੇਂ ਆ ਜਿਹੜਾ ਇਹਨੂੰ ਲਿਖੋਗੇ, ਇਸ ਤਰੀਕੇ ਨਾਲ ਜਿਹੜਾ ਤੁਹਾਡੇ ਕੋਲ ਫਰੇਜ਼ ਹੋਏਗਾ, ਓਨੈਸਟਲੀ ਵਰਬ ਨਹੀਂ ਯੂਜ਼ ਹੋਏਗਾ, ਵਰਬਡ ਓਨੈਸਟਲੀ ਹੈ ਜਿਹੜਾ ਤੁਸੀਂ ਯੂਜ਼ ਕਰੋਗੇ। ਹਾਂਜੀ, ਤਾਂ ਨੈਕਸਟ ਕੁਐਸਚਨ ਹੈ ਜਿਹੜਾ ਤੁਹਾਡਾ, ਚੈੱਕ ਕਰੋ, ਹੀ ਬਰੀਫਲੀ ਨਰੇਟਡ ਦਾ ਇਨਸੀਡੈਂਟ, ਐਂਡ ਡੀ ਪਾਰਟ ਹੈ ਤੁਹਾਡੇ ਕੋਲੇ ਨੋ ਐਰਰ। ਅਗੇਨ ਚੈੱਕ ਕਰੋਗੇ ਤੁਹਾਡੇ ਕੋਲੇ ਵਰਡ ਯੂਜ਼ ਕੀਤਾ ਹੋਇਆ ਬਰੀਫਲੀ। ਤਾਂ ਹੁਣ ਬਰੀਫਲੀ ਕੀ ਹੈ, ਕਿਹੜੀ ਐਡਵਰਬ ਹੈ, ਇਹ ਐਡਵਰਬ ਆਫ ਮੈਨਰ ਵੀ ਕਿਸੇ ਚੀਜ਼ ਦਾ ਦੱਸਿਆ ਜਾ ਰਿਹਾ ਨਾ, ਵੀ ਕੋਈ ਚੀਜ਼ ਕੀਤੀ ਜਾ ਰਹੀ ਹੈ ਤਾਂ ਉਹ ਕਿਵੇਂ ਕੀਤੀ ਜਾ ਰਹੀ ਹੈ, ਬਰੀਫਲੀ ਕੀਤੀ ਜਾ ਰਹੀ ਹੈ। ਹੀ ਬਰੀਫਲੀ ਨਰੇਟਡ ਦਾ ਇਨਸੀਡੈਂਟ, ਹੁਣ ਇੱਥੇ ਮੇਨ ਵਰਬ ਕੀ ਹੈ ਤੁਹਾਡੇ ਕੋਲੇ ਨਰੇਟਡ ਹੈ। ਤਾਂ ਹੁਣ ਨਰੇਟ ਕਰਨਾ, ਤੁਸੀਂ ਜਿਹਨੂੰ ਸਿੰਪਲ ਆਪਾਂ ਕਹਿੰਦੇ ਨਾ ਨਰੇਟਰ ਦਾ ਕੰਮ ਕਰ ਰਿਹਾ, ਕੋਈ ਪਰਸਨ ਦੱਸ ਰਿਹਾ ਕੋਈ ਚੀਜ਼ ਨੂੰ, ਕੀ ਦੱਸ ਰਿਹਾ, ਇਹ ਚੀਜ਼ ਤੁਹਾਨੂੰ ਜਾਣਨੀ ਪੈਂਦੀ ਹੈ। ਤਾਂ ਇਹ ਚੀਜ਼ ਹੈ ਜਿਹੜੀ ਤੁਹਾਡੇ ਵਾਸਤੇ ਕੀ ਆ ਜਾਂਦੀ ਹੈ, ਟ੍ਰਾਂਜ਼ਿਟਿਵ ਵਰਬ ਦੇ ਕੇਸ ਦੇ ਵਿੱਚ। ਹੁਣ ਨਰੇਟਡ ਕੀ ਹੈ, ਇੱਕ ਟ੍ਰਾਂਜ਼ਿਟਿਵ ਵਰਬ ਹੈ। ਤੇ ਟ੍ਰਾਂਜ਼ਿਟਿਵ ਵਰਬ ਦੇ ਕੇਸ ਦੇ ਵਿੱਚ ਤੁਹਾਡੇ ਕੋਲ ਜਿਹੜੀ ਐਡਵਰਬ ਆਫ ਮੈਨਰ ਹੁੰਦੀ ਹੈ, ਬਰੀਫਲੀ ਐਡਵਰਬ ਆਫ ਮੈਨਰ ਹੋ ਗਿਆ, ਉਹਦੀ ਪੋਜੀਸ਼ਨ ਪਹਿਲਾਂ ਵੀ ਹੋ ਸਕਦੀ ਹੈ ਤੇ ਬਾਅਦ ਦੇ ਵਿੱਚ ਵੀ ਹੋ ਸਕਦੀ ਹੈ। ਹੁਣ ਇੱਥੇ ਆਪਣੇ ਕੋਲ ਪੋਜੀਸ਼ਨ ਹੈ ਜਿਹੜੀ ਪਹਿਲਾਂ ਲਿਖੀ ਹੋਈ ਹੈ, ਹੀ ਬਰੀਫਲੀ ਨਰੇਟਡ ਦਾ ਇਨਸੀਡੈਂਟ, ਬਿਕਾਜ਼ ਇਹ ਨਰੇਟ ਨੂੰ ਹੈ ਜਿਹੜਾ ਇੰਫਾਸਾਈਜ਼ ਕਰ ਰਹੀ ਹੈ, ਹੀ ਬਰੀਫਲੀ ਨਰੇਟਡ। ਸੋ ਇੱਥੇ ਤੁਹਾਡੇ ਕੋਲ ਕੋਈ ਐਰਰ ਨਹੀਂ ਹੈ, ਤੁਸੀਂ ਡੀ ਪਾਰਟ ਹੈ ਜਿਹੜਾ ਟਿਕ ਕਰੋਗੇ। ਸਿਮਿਲਰਲੀ ਮੈਂ ਜੇ ਬਰੀਫਲੀ ਨੂੰ ਲਾਸਟ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਨਾ ਕਿ ਇਹ ਪਹਿਲਾਂ ਵੀ ਯੂਜ਼ ਕੀਤੀ ਜਾ ਸਕਦੀ ਹੈ ਟ੍ਰਾਂਜ਼ਿਟਿਵ ਵਰਬ ਤੋਂ, ਤੇ ਬਾਅਦ ਦੇ ਵਿੱਚ ਜਿਹੜਾ ਆਪਾਂ ਯੂਜ਼ ਕਰ ਸਕਦੇ ਹਾਂ। ਹੁਣ ਪਹਿਲਾਂ ਤਾਂ ਆਪਾਂ ਯੂਜ਼ ਕਰ ਰਹੇ ਸੈਂਟੈਂਸ ਦੇ ਵਿੱਚ ਹੀ ਬਰੀਫਲੀ ਨਰੇਟਡ ਦਾ ਇਨਸੀਡੈਂਟ। ਜੇ ਆਪਾਂ ਬਰੀਫਲੀ ਨੂੰ ਸੈਂਟੈਂਸ ਦੇ ਵਿੱਚ ਲਾਸਟ ਦੇ ਉੱਤੇ ਯੂਜ਼ ਕਰਨਾ ਹੋਵੇ ਜਾਂ ਸਿੰਪਲ ਟ੍ਰਾਂਜ਼ਿਟਿਵ ਵਰਬ ਤੋਂ ਬਾਅਦ ਦੇ ਵਿੱਚ ਇਹਦੀ ਪਲੇਸ ਕਿਵੇਂ ਯੂਜ਼ ਕੀਤੀ ਜਾ ਸਕਦੀ ਹੈ, ਤਾਂ ਚੈੱਕ ਕਰੋ ਜੀ। ਉਸ ਵਾਸਤੇ ਤੁਸੀਂ ਸੈਂਟੈਂਸ ਕੀ ਬਣਾਓਗੇ, ਹੀ narrated to me the incident briefly। ਹੁਣ ਇਹ ਚੈੱਕ ਕਰੋ, ਇਹ ਇੱਕ ਸੈਂਟੈਂਸ ਹੈ। अगेन मैं क्या यूज किया, मैं तो ब्रीफली नरेटेड टू मी द इंसिडेंट यूज नहीं किया, मैं यूज किया ही नरेटेड टू मी द इंसिडेंट ब्रीफली। तो ब्रीफली है ਜਿਹੜਾ ਐਡਵਰਬ ਆਫ ਮੈਨਰ ਹੈ, ਇਹ ਯੂਜ਼ ਕੀਤਾ ਜਾ ਰਿਹਾ ਬਾਅਦ ਦੇ ਵਿੱਚ, ਕਾਲ ਤੋਂ ਬਾਅਦ ਦੇ ਵਿੱਚ ਨਰੇਟਡ ਵਾਲੀ ਆਪਣੇ ਕੋਲੇ ਐਡਵਰਬ ਆਫ ਮੈਨਰ ਤੋਂ ਬਾਅਦ ਦੇ ਵਿੱਚ। ਤਾਂ ਹੁਣ ਇਸ ਤਰੀਕੇ ਨਾਲ ਆ ਜਾਂਦਾ ਤੁਹਾਡੇ ਕੋਲੇ ਕਿ ਐਡਵਰਬ ਆਫ ਮੈਨਰ ਹੈ ਜਿਹੜਾ ਤੁਹਾਡੇ ਕੋਲੇ ਟ੍ਰਾਂਜ਼ਿਟਿਵ ਵਰਬ ਤੇ ਤੁਸੀਂ ਪਹਿਲਾਂ ਵੀ ਯੂਜ਼ ਕਰ ਸਕਦੇ ਹੋ, ਤੇ ਟ੍ਰਾਂਜ਼ਿਟਿਵ ਵਰਬ ਤੋਂ ਬਾਅਦ ਵੀ ਹੈ ਜਿਹੜਾ ਉਹ ਚੀਜ਼ ਪਲੇਸ ਕੀਤੀ ਜਾ ਸਕਦੀ ਹੈ। ਬਟ ਜੇ ਤੁਹਾਡੇ ਕੋਲੇ ਵਰਬ ਇੰਟ੍ਰਾਂਜ਼ਿਟਿਵ ਹੈ ਤਾਂ ਤੁਸੀਂ ਜਿਹੜਾ ਹਮੇਸ਼ਾ ਹੀ ਐਡਵਰਬ ਆਫ ਮੈਨਰ ਨੂੰ ਇੰਟ੍ਰਾਂਜ਼ਿਟਿਵ ਵਰਬ ਤੋਂ ਬਾਅਦ ਦੇ ਵਿੱਚ ਪਲੇਸ ਕਰੋਗੇ, ਪਹਿਲਾਂ ਜਿਹੜਾ ਉਹਦੀ ਪੋਜੀਸ਼ਨ ਨਹੀਂ ਹੋ ਸਕਦੀ। ਸੋ ਆ ਜਿਹੜੀ ਚੀਜ਼ ਤੁਸੀਂ ਇੱਥੇ ਧਿਆਨ ਦੇ ਵਿੱਚ ਰੱਖਣੀ ਹੈ ਕਿ ਐਡਵਰਬ ਆਫ ਮੈਨਰ ਵਾਸਤੇ ਤੁਹਾਨੂੰ ਵਰਬ ਪਛਾਣਨੀ ਪਊਗੀ ਕਿ ਉਹ ਟ੍ਰਾਂਜ਼ਿਟਿਵ ਹੈ ਜਾਂ ਫਿਰ ਇੰਟ੍ਰਾਂਜ਼ਿਟਿਵ ਹੈ। ਉਸ ਅਕੋਰਡਿੰਗ ਹੈ ਜਿਹੜਾ ਤੁਸੀਂ ਟਿਕ ਕਰੋਗੇ ਕਿ ਤੁਹਾਡੇ ਕੋਲ ਜਿਹੜੀ ਵਰਬ ਹੈ ਉਹਦੀ ਪੋਜੀਸ਼ਨ ਕੀ ਹੋਏਗੀ। ਹਾਂਜੀ, ਤਾਂ ਅੱਗੇ ਜਿਹੜਾ ਆਪਣੇ ਕੋਲ ਕੁਐਸਚਨ, ਨੈਕਸਟ ਕੁਐਸਚਨ ਜਿਹੜਾ ਤੁਸੀਂ ਸੋਲਵ ਕਰਨਾ ਹੈ, ਹੀ ਆਸਕਡ ਸੌਫਟਲੀ ਵੇਅਰ ਦੋਜ਼ ਬੈਗਸ ਵਰ ਫਾਊਂਡ। ਤਾਂ ਅਗੇਨ ਚੈੱਕ ਕਰੋ ਕੁਐਸਚਨ ਕੀ ਹੈ ਤੁਹਾਡੇ ਕੋਲੇ, ਹੀ ਆਸਕਡ। ਅਗੇਨ ਤੁਸੀਂ ਚੈੱਕ ਕਰੋ ਵਰਬ ਕਿਹੜੀ ਹੈ, ਆਸਕਡ। उसने पूछा, तो हम पूछा की पूछा तो आ वाली चीज होनी चाहिए, इट मींस ये वर्ब की होगी ਤੁਹਾਡੇ ਕੋਲੇ ट्रांजिटिव।
ਕੀ ਹੋ ਗਈ ਟ੍ਰਾਂਜ਼ਿਟਿਵ। ਤੁਹਾਡੇ ਕੋਲੇ ਆਸਕਡ ਹੈ ਜਿਹੜੀ ਇਹ ਇੱਕ ਟ੍ਰਾਂਜ਼ਿਟਿਵ ਵਰਬ ਹੈ ਤੇ ਟ੍ਰਾਂਜ਼ਿਟਿਵ ਵਰਬ ਦੇ ਕੇਸ ਦੇ ਵਿੱਚ ਤੁਹਾਡੇ ਕੋਲੇ ਜਿਹੜੀ ਆਪਾਂ ਸਿੰਪਲ ਕਹਿ ਸਕਦੇ ਹਾਂ ਅਡਵਰਬ ਮੈਨਰ ਹੈ ਉਹ ਪਹਿਲਾਂ ਵੀ ਪਲੇਸ ਕੀਤੀ ਜਾ ਸਕਦੀ ਹੈ ਤੇ ਬਾਅਦ ਦੇ ਵਿੱਚ ਵੀ। ਹੁਣ ਪਹਿਲਾਂ ਵਾਲਾ ਕੇਸ ਤੁਹਾਨੂੰ ਡਿਸਕਸ ਕਰਵਾਇਆ ਜਦੋਂ ਆਪਾਂ ਨਰੇਟਡ ਵਾਲਾ ਕੇਸ ਕੀਤਾ ਸੀ ਤਾਂ ਇੱਥੇ ਤੁਹਾਡੇ ਕੋਲੇ ਪੋਜੀਸ਼ਨ ਆ ਜਾਂਦੀ ਹੈ ਜਦੋਂ ਤੁਸੀਂ ਪਹਿਲਾਂ ਯੂਜ਼ ਕਰ ਰਹੇ ਹੋ ਤਾਂ ਡਾਇਰੈਕਟ ਸਿੱਧਾ ਪਹਿਲਾਂ ਯੂਜ਼ ਹੋਊਗਾ ਜਿਵੇਂ ਹੀ ਸੌਫਟਲੀ ਆਸਕਡ ਯੂਜ਼ ਕੀਤਾ ਜਾਏਗਾ ਆਸਕਡ ਸੌਫਟਲੀ ਤੁਸੀਂ ਯੂਜ਼ ਨਹੀਂ ਕਰੋਗੇ ਸੋ ਤੁਸੀਂ ਯੂਜ਼ ਕਰੋਗੇ ਸੈਂਟੈਂਸ ਦੇ ਵਿੱਚ ਹੀ ਸੌਫਟਲੀ ਆਸਕਡ ਫਿਰ ਦੋਜ਼ ਵੈਰਬਸ ਵਰ ਫਾਊਂਡ। ਸੋ ਇਹ ਪਾਰਟ ਦੇ ਵਿੱਚ ਤੁਹਾਡੀ ਜਿਹੜੀ ਇੱਥੇ ਐਰਰ ਹੈ ਤੁਸੀਂ ਇਹਨੂੰ ਜਿਹੜਾ ਹੁੰਦਾ ਟਿਕ ਕਰ ਸਕਦੇ ਹੋ। ਹਾਂਜੀ ਨੈਕਸਟ ਟੌਪਿਕ ਜਿਹੜਾ ਆਪਾਂ ਡਿਸਕਸ ਕਰਨ ਜਾ ਰਹੇ ਹਾਂ use of enough। ਹੁਣ enough ਦਾ use ਹੈ ਜਿਹੜਾ ਆਪਾਂ adjective ਦੇ ਵਿੱਚ ਕਰਕੇ ਆਏ ਹਾਂ ਬਿਕਾਜ਼ enough ਹੈ ਜਿਹੜਾ adjective ਵੀ ਹੈ ਤੇ adverb ਵੀ ਹੈ। ਹੁਣ ਜਿੱਥੇ ਤੁਹਾਡੇ ਕੋਲ ਇਹ adjective ਹੋਏਗਾ ਉੱਥੇ ਇਹਦਾ meaning ਕੀ ਹੋਏਗਾ ਕਿਸ ਤਰੀਕੇ ਨਾਲ ਪੋਜੀਸ਼ਨ ਹੋਏਗੀ ਤੇ ਜਿੱਥੇ ਇਹ verb ਕੰਮ ਕਰ ਰਿਹਾ adverb ਦਾ ਉੱਥੇ ਇਹਦੀ ਪੋਜੀਸ਼ਨ ਕੀ ਹੋਏਗੀ ਇਹ ਆਪਾਂ ਜਿਹੜੀ ਹੈਗੀ ਡਿਸਕਸ ਕਰਨੀ ਹੈ। ਸੇਮ ਟੌਪਿਕ ਹੈ ਜਿਹੜਾ ਆਪਾਂ ਕਨਸੈਪਟ ਹੈ ਜਿਹੜਾ ਡਿਸਕਸ ਕੀਤਾ ਹੈ adjective ਦੀ ਕਲਾਸ ਦੇ ਵਿੱਚ। ਜਿਨ੍ਹਾਂ ਨੇ adjective ਦਾ ਟੌਪਿਕ ਕੀਤਾ ਹੋਇਆ ਉਹਨਾਂ ਵਾਸਤੇ ਇਹ ਟੌਪਿਕ ਹੈ ਜਿਹੜਾ ਨਿਊ ਨਹੀਂ ਹੈ ਬਿਕਾਜ਼ ਇਹ ਪਹਿਲਾਂ ਕਰ ਚੁੱਕੇ ਹੈ। ਹਾਂਜੀ ਤਾਂ ਚੈੱਕ ਕਰੋ ਸਭ ਤੋਂ ਪਹਿਲਾਂ ਆਪਣੇ ਕੋਲ ਕੀ ਆ ਗਿਆ use of enough। enough ਦਾ यूज इनफ ਹੁੰਦਾ ਕੀ ਹੈ ਵੈਸੇ ਇਨਫ ਦਾ ਮਤਲਬ ਕੀ ਹੁੰਦਾ ਹੈ ਕਾਫੀ ਕਿਸੇ ਚੀਜ਼ ਦਾ ਕਾਫੀ ਹੋਣਾ ਸੋ ਕਾਫੀ ਹੈ ਜਿਹੜਾ ਤੁਸੀਂ ਯੂਜ਼ ਕਰ ਸਕਦੇ ਹੋ ਥਾਂ ਤੇ ਤਾਂ ਇਨਫ ਇਜ਼ ਬੋਥ ਐਨ ਐਡਜੈਕਟਿਵ ਐਂਡ ਐਨ ਐਡਵਰਬ ਮਤਲਬ ਇਹ ਐਡਜੈਕਟਿਵ ਵੀ ਹੈ ਵਿਸ਼ੇਸ਼ਣ ਵੀ ਹੈ ਤੇ ਐਡਵਰਬ ਜਿਹੜਾ ਵਿਸ਼ੇਸ਼ਣ ਵੀ ਹੈ। ਤਾਂ ਹੁਣ ਕਿੱਥੇ ਇਹ ਐਡਜੈਕਟਿਵ ਹੈ ਕਿੱਥੇ ਇਹ ਐਡਵਰਬ ਹੈ ਇਹ ਚੀਜ਼ ਆਪਾਂ ਨੋਟ ਕਰਨੀ ਹੈ। ਦੇਖੋ ਜੀ ਤਾਂ ਇਨਫ ਹੈ ਜਿਹੜਾ ਦੋ ਫਾਰਮ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ ਵਨ ਇਜ਼ ਐਜ਼ ਐਨ ਐਡਵਰਬ ਐਂਡ ਦ ਸੈਕੰਡ ਐਜ਼ ਐਨ ਐਡਜੈਕਟਿਵ। ਜਿੱਥੇ ਇਹ ਐਡਵਰਬ ਫਾਰਮ ਲਈ ਯੂਜ਼ ਕੀਤਾ ਜਾ ਰਿਹਾ ਹੋਇਆ ਉੱਥੇ ਦੀ ਪੋਜੀਸ਼ਨ ਹੋਏਗੀ ਆਫਟਰ ਐਡਜੈਕਟਿਵ ਪਹਿਲਾਂ ਐਡਜੈਕਟਿਵ ਆਏਗਾ ਇਸ ਤੋਂ ਬਾਅਦ ਤੁਸੀਂ ਯੂਜ਼ ਕਰੋਗੇ ਆਪਣੇ ਕੋਲੇ ਇਨਫ ਦਾ ਐਡਜੈਕਟਿਵ ਤੋਂ ਬਾਅਦ ਇਨਫ ਯੂਜ਼ ਕੀਤਾ ਜਾਏਗਾ। ਜੇ ਮੈਂ ਕਹਾਂ ਆਪਣੇ ਕੋਲੇ ਕੋਈ ਐਡਜੈਕਟਿਵ ਲੋ ਸਵੀਟ ਹੀ ਹੈ ਸਵੀਟ ਕੀ ਆਪਣੇ ਕੋਲ ਐਡਜੈਕਟਿਵ ਹੈ ਕੋਈ ਚੀਜ਼ ਮਿੱਠੀ ਹੈ ਤਾਂ ਇਸ ਤੋਂ ਬਾਅਦ ਜਿਹੜਾ ਤੁਹਾਡੇ ਕੋਲੇ ਵਰਡ ਆਏਗਾ ਇਨਫ। ਇਨਫ ਦਾ ਯੂਜ਼ ਸਵੀਟ ਤੋਂ ਬਾਅਦ ਕੀਤਾ ਜਾਏਗਾ। ਸਿਮਿਲਰਲੀ ਤੁਹਾਡੇ ਕੋਲ ਕੋਈ ਐਡਜੈਕਟਿਵ ਹੈ ਤਾਂ ਉੱਥੇ ਤੁਹਾਡੇ ਕੋਲੇ ਕੀ ਆ ਜਾਏਗੀ ਇਹਦੀ ਪੋਜੀਸ਼ਨ ਬਿਫੋਰ ਨਾउन ਆਏਗੀ। ਤੇ ਜਿਵੇਂ ਆਪਾਂ ਕਹੀਏ ਮਨੀ ਮਨੀ ਕੀ ਹੈ ਇੱਕ ਨਾउन ਹੈ ਤਾਂ ਇੱਥੇ ਤੁਹਾਡੇ ਕੋਲੇ ਇਹ ਤੋਂ ਪਹਿਲਾਂ ਪੋਜੀਸ਼ਨ ਆਏਗੀ ਇਨਫ ਮਨੀ। ਮਨੀ ਤੋਂ ਪਹਿਲਾਂ ਜਿਹੜਾ ਇਨਫ ਹੈ ਉਹ ਪਲੇਸ ਕੀਤਾ ਜਾਏਗਾ। ਜੇ ਤਾਂ ਤੁਹਾਡੇ ਕੋਲ ਇਹ ਐਡਜੈਕਟਿਵ ਦਾ ਕੰਮ ਕਰ ਰਿਹਾ ਫਿਰ ਤਾਂ ਇਹ ਆਏਗਾ ਬਿਫੋਰ ਨਾउन। ਜੇ ਇਹ ਐਡਵਰਬ ਦਾ ਕੰਮ ਕਰ ਰਿਹਾ ਤਾਂ ਇਹਦੀ ਪੋਜੀਸ਼ਨ ਹੋਏਗੀ ਆਫਟਰ ਐਡਜੈਕਟਿਵ। ਤਾਂ ਇਹ ਹੈ ਜੀ ਕਨਸੈਪਟ ਇਨਫ ਦਾ। ਹੁਣ ਆਪਾਂ ਦੇਖਣਾ ਹੈ ਕਿ ਕਿਸ ਤਰੀਕੇ ਨਾਲ ਆਪਾਂ ਸੈਂਟੈਂਸ ਦੇ ਵਿੱਚ ਇਹਨੂੰ ਯੂਜ਼ ਕਰਾਂਗੇ ਜਾਂ ਕਿਸ ਤਰੀਕੇ ਨਾਲ ਜਿਹੜਾ ਤੁਹਾਡੇ ਕੋਲ ਐਡਵਰਬ ਜਾਂ ਐਡਜੈਕਟਿਵ ਦੀ ਫਾਰਮ ਵਿੱਚ ਇਹਦਾ ਯੂਜ਼ ਕੀਤਾ ਜਾ ਸਕਦਾ। ਤੇ ਇੱਕ ਵਾਰ ਇਹ ਵਾਲੀ ਫਰੇਜ਼ ਇਹਨਾਂ ਫਰੇਜ਼ਸ ਨੂੰ ਚੈੱਕ ਕਰੋ। ਦੇਖੋ ਜੀ ਇਨਫ ਦਾ ਯੂਜ਼ ਐਜ਼ ਐਨ verb ਐਂਡ ਇਨਫ ਦਾ ਯੂਜ਼ ਐਜ਼ ਐਨ ਐਡਜੈਕਟਿਵ ਆਪਣੇ ਕੋਲ ਫਰੇਜ਼ਸ ਦਿੱਤੀਆਂ ਹੋਈਆਂ ਕਿਸ ਤਰੀਕੇ ਨਾਲ ਹੁੰਦਾ। ਹੁਣ ਸਵੀਟ ਆਪਾਂ ਪਿੱਛੇ ਡਿਸਕਸ ਕਰਕੇ ਹੈ ਨਾ ਸਵੀਟ ਕੀ ਹੈ ਇੱਕ ਐਡਜੈਕਟਿਵ ਹੈ ਕੋਈ ਚੀਜ਼ ਮਿੱਠੀ ਹੈ। ਹੁਣ ਐਡਜੈਕਟਿਵ ਤੋਂ ਬਾਅਦ ਪੋਜੀਸ਼ਨ ਹੋਏਗੀ ਸੋ ਸਵੀਟ ਇਨਫ ਸਟਰੋਂਗ ਇਨਫ ਕਲੀਅਰ ਇਨਫ। ਇਹ ਕੀ ਹੋਗਾ ਤੁਹਾਡੇ ਕੋਲ ਐਡਵਰਬ ਦਾ ਫਾਰਮ ਦੇ ਲਈ ਯੂਜ਼ ਕੀਤਾ ਜਾ ਰਿਹਾ। ਸਿਮਿਲਰਲੀ ਇਨਫ ਨੂੰ ਜੇ ਐਡਜੈਕਟਿਵ ਫਾਰਮ ਲਈ ਯੂਜ਼ ਕਰਿਆ ਤਾਂ ਤੁਹਾਡੀ ਕੋਲ ਪੋਜੀਸ਼ਨ ਹੋਏਗੀ ਬਿਫੋਰ ਨਾउन ਜਿਵੇਂ ਇਨਫ ਸ਼ੂਗਰ ਇਨਫ ਸਟਰੈਂਥ ਇਨਫ ਕਲੈਰਿਟੀ। ਤਾਂ ਇਹ ਅਸੀਂ ਤੁਹਾਡੇ ਕੋਲ ਯੂਜ਼ ਇਨਫ ਦਾ। ਹੁਣ ਆਪਾਂ ਡਿਸਕਸ ਕਰਾਂਗੇ ਕੁਐਸਚਨਸ। ਦੇਖੋ ਜੀ 4 ਨੰਬਰ ਕੁਐਸਚਨ ਹੈ ਚੈੱਕ ਕਰਨਾ ਤੁਸੀਂ ਕਿਹੜੇ ਪਾਰਟ ਦੇ ਵਿੱਚ ਐਰਰ ਹੈ ਤੇ ਉਸ ਪਾਰਟ ਨੂੰ ਜਿਹੜਾ ਤੁਸੀਂ ਕਰੈਕਟ ਕਰਨਾ। she is enough wise to allow her son to go। she is enough wise to allow her son to go। ਤਾਂ ਦੇਖੋ ਕਿਹੜੇ ਪਾਰਟ ਦੇ ਵਿੱਚ ਐਰਰ ਹੈ। ਹਾਂਜੀ she is enough wise to allow her son to go। ਤਾਂ ਇੱਥੇ ਅਗੇਨ ਚੈੱਕ ਕਰੋਗੇ ਕਿ enough word ਦਿੱਤਾ ਹੋਇਆ enough ਹੈ ਯੂਜ਼ ਕਿਹਦੇ ਨਾਲ ਕੀਤਾ ਜਾ ਰਿਹਾ ਵਾਈਸ ਦੇ ਨਾਲ ਤੇ ਵਾਈਸ ਕੀ ਹੈ ਇੱਥੇ ਇੱਕ ਆਪਾਂ ਕਹਿ ਲਓ ਐਡਜੈਕਟਿਵ ਹੈ। ਹੁਣ ਕੋਈ ਪਰਸਨ ਵਾਈਸ ਹੈ ਸਿਆਣਾ ਹੈ ਤਾਂ ਇਹ ਕੀ ਆ ਗਈ ਉਹਦੀ ਖਾਸੀਅਤ ਆ ਗਈ ਨਾ ਵਿਸ਼ੇਸ਼ਤਾ ਆ ਗਈ। ਵਾਈਸ ਐਡਜੈਕਟਿਵ ਹੈ ਤੇ ਇਨਫ ਦੀ ਪੋਜੀਸ਼ਨ ਐਡਜੈਕਟਿਵ ਦੀ ਫਾਰਮ ਦੇ ਵਿੱਚ ਕਿੱਥੇ ਹੁੰਦੀ ਹੈ ਆਪਣੇ ਕੋਲੇ ਆਫਟਰ ਐਡਜੈਕਟਿਵ ਯੂਜ਼ ਕੀਤਾ ਜਾਂਦਾ। ਸੋ ਤੁਸੀਂ ਵਾਈਸ ਇਨਫ ਲਿਖੋਗੇ ਵਾਈਸ ਇਨਫ ਦਾ ਯੂਜ਼ ਕਰੋਗੇ ਇਨਫ ਵਾਈਸ ਹੈ ਜਿਹੜਾ ਯੂਜ਼ ਨਹੀਂ ਹੋਏਗਾ। ਸੋ ਬੀ ਹੈ ਜਿਹੜਾ ਤੁਹਾਡੇ ਕੋਲੇ error है use किया जाएगा wise enough because wise is an adjective and the position of enough should be after adjective। it works as an adverb in this sentence। she is wise enough to allow her son to go। so b part ਦੇ ਵਿੱਚ error ਸੀ ਤੇ ਤੁਸੀਂ correct ਕੀ ਕਰੋਗੇ wise enough use ਕਰੋਗੇ enough wise ਜਿਹੜਾ ਤੁਹਾਡੇ ਕੋਲ ਇੱਥੇ wrong use ਹੈ। ਹਾਂਜੀ ਤਾਂ 5 ਨੰਬਰ ਕੁਐਸਚਨ ਹੈ ਜਿਹੜਾ ਤੁਸੀਂ ਸੋਲਵ ਕਰਨਾ ਹੈ ਅਗੇਨ ਤੁਹਾਡੇ ਕੋਲ enough ਨਾਲ ਰਿਲੇਟਡ ਹੈ। ਦੇਖੋ ਜੀ ਇੱਥੇ ਕੀ error ਹੈ ਚਾਰ ਪਾਰਟ ਦਿੱਤੇ ਹੋਏ ਆ ਚੈੱਕ ਕਰੋਗੇ ਕਿ ਤੁਹਾਡੇ ਕੋਲੇ ਕਿਹੜੇ ਪਾਰਟ ਦੇ ਵਿੱਚ ਐਰਰ ਹੈ ਜਾਂ ਫਿਰ ਕੀ ਐਰਰ। ਹਾਂਜੀ there is money enough in the pocket। A B C ਤੇ D ਚਾਰ ਪਾਰਟ ਨੇ ਤੁਸੀਂ ਚੈੱਕ ਕਰਨੀ ਹੈ ਕਿ ਕਿਹੜੇ ਪਾਰਟ ਦੇ ਵਿੱਚ ਐਰਰ ਹੈ। ਹਾਂਜੀ ਤਾਂ ਦੇਖੋ there is money enough money ਕੀ ਤੁਹਾਡੇ ਕੋਲੇ ਨਾउन ਹੈ ਆਪਾਂ ਪਿੱਛੇ ਡਿਸਕਸ ਕੀਤਾ ਨਾ ਮਨੀ ਕੀ ਇੱਕ ਨਾउन ਹੈ ਤੇ enough ਕੀ ਹੈ ਤੁਹਾਡੇ ਕੋਲੇ ਐਡਵਰਬ ਹੈ।
ਤੇ ਜਿਹੜਾ ਤੁਹਾਡੇ ਕੋਲ ਇਨਫ ਹੈ ਨਾउन ਤੋਂ ਪਹਿਲਾਂ ਯੂਜ਼ ਕੀਤਾ ਜਾਏਗਾ ਜੇ ਇਹ ਯੂਜ਼ ਕੀਤਾ ਜਾ ਰਿਹਾ ਹੈ ਨਾउन ਦੀ ਫਾਰਮ ਦੇ ਵਿੱਚ। ਤਾਂ ਹੁਣ ਦੇਖੋ ਇਨਫ ਨੂੰ ਆਪਾਂ ਦੋ ਫਾਰਮ ਦੇ ਵਿੱਚ ਯੂਜ਼ ਕੀਤਾ ਸੀ, ਇੱਕ ਇਹ ਐਡਜੈਕਟਿਵ ਹੁੰਦਾ ਹੈ, ਸੈਕੰਡ ਇਹ ਐਡਵਰਬ ਹੁੰਦਾ ਹੈ। ਐਡਵਰਬ ਦਾ ਕੇਸ ਆਪਾਂ ਪਿੱਛੇ ਡਿਸਕਸ ਕਰ ਲਿਆ ਕਿ ਇਹਦੀ ਪੋਜੀਸ਼ਨ ਹੋਏਗੀ ਆਫਟਰ ਐਡਜੈਕਟਿਵ। ਜੇ ਇਹ ਕਰ ਰਿਹਾ ਐਜ਼ ਐਨ ਆਪਣੇ ਕੋਲੇ ਯੂਜ਼ ਕੀਤਾ ਜਾ ਰਿਹਾ ਐਡਜੈਕਟਿਵ ਫਾਰਮ ਦੇ ਲਈ ਤਾਂ ਇਹਦੀ ਪੋਜੀਸ਼ਨ ਹੋਏਗੀ ਬਿਫੋਰ ਨਾउन। ਹੁਣ ਇੱਥੇ ਇਹ ਕਿਹਦਾ ਕੰਮ ਕਰ ਰਿਹਾ ਐਡਜੈਕਟਿਵ ਹੈ ਜਾਂ ਫਿਰ ਐਡਵਰਬ ਹੈ? ਦੇਖੋ ਜੀ ਨਾउन ਯੂਜ਼ ਕੀਤਾ ਹੈ ਇਟ ਮੀਨਸ ਇੱਥੇ ਤਾਂ ਇਹ ਐਡਜੈਕਟਿਵ ਦਾ ਕੰਮ ਕਰ ਰਿਹਾ ਹੋਵੇਗਾ। ਸੋ ਇੱਥੇ ਇਨਫ ਹੈ ਜਿਹੜਾ ਐਡਜੈਕਟਿਵ ਹੈ, ਸੋ ਇਹਦੀ ਪੋਜੀਸ਼ਨ ਕੀ ਹੋਣੀ ਚਾਹੀਦੀ ਹੈ ਬਿਫੋਰ ਨਾउन। ਤਾਂ ਤੁਸੀਂ ਯੂਜ਼ ਕਰੋਗੇ ਇਨਫ। ਮਨੀ ਮਨੀ ਇਨਫ ਨਹੀਂ ਹੋਏਗਾ, ਬੀ ਪਾਰਟ ਦੇ ਵਿੱਚ ਰਹਿਣਾ ਹੈ, ਫਿਰ ਤੁਸੀਂ ਕੀ ਫਰੇਜ਼ ਯੂਜ਼ ਕਰੋਗੇ ਇਨਫ ਮਨੀ ਹੈ ਜਿਹੜਾ ਯੂਜ਼ ਕਰੋਗੇ, ਮਨੀ ਇਨਫ ਦਾ ਯੂਜ਼ ਨਹੀਂ ਹੋਏਗਾ। ਆਈ ਹੋਪ ਤੁਹਾਡਾ ਜਿਹੜਾ ਇਨਫ ਦਾ ਟੌਪਿਕ ਉਹ ਕਲੀਅਰ ਹੋਇਆ ਹੋਏਗਾ। ਹਾਂਜੀ, ਤਾਂ ਨੈਕਸਟ ਟੌਪਿਕ ਜਿਹੜਾ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਦੈਟ ਇਜ਼ ਮੋਸਟ ਐਡਵਰਬਸ ਐਂਡ ਵਿਦ ਐਲ ਵਾਈ। ਤੇ ਕਈ ਵਾਰ ਕੀ ਹੁੰਦਾ ਤੁਹਾਡੇ ਕੋਲੇ ਜ਼ਿਆਦਾਤਰ ਜਿਹੜੀਆਂ ਐਡਵਰਬਸ ਆਪਾਂ ਦੇਖਦੇ ਹਾਂ ਉਹ ਕਿਹਦੇ ਨਾਲ ਐਂਡ ਹੁੰਦੀਆਂ ਹੁੰਦੀਆਂ, ਸਫਿਕਸ ਹੁੰਦਾ ਉਹਨਾਂ ਦੇ ਪਿੱਛੇ ਐਲ ਵਾਈ ਦਾ। ਬਟ ਕਈ ਵਾਰ ਕੀ ਹੁੰਦਾ ਤੁਹਾਡੇ ਕੋਲੇ ਜੇ ਨਾउन ਤੋਂ ਬਾਅਦ ਐਲ ਵਾਈ ਦੇ ਹੋ ਜਾਏ ਤਾਂ ਉਹ ਐਡਜੈਕਟਿਵ ਫਾਰਮ ਦੇ ਲਈ ਯੂਜ਼ ਕੀਤਾ ਜਾਂਦਾ। ਇਹ ਵੀ ਟੌਪਿਕ ਆਪਾਂ ਐਡਜੈਕਟਿਵ ਦੇ ਵਿੱਚ ਡਿਸਕਸ ਕਰਕੇ ਆਏ ਹਾਂ ਕਿ ਜੇ ਨਾउन ਵਰਡ ਤੋਂ ਬਾਅਦ ਤੁਸੀਂ ਐਲ ਵਾਈ ਦਾ ਯੂਜ਼ ਕਰ ਰਹੇ ਹੋ ਤਾਂ ਤੁਸੀਂ ਉੱਥੇ ਕੀ ਕਰ ਰਹੇ ਹੁੰਦੇ ਹੋ ਇਹਨੂੰ ਐਡਜੈਕਟਿਵ ਫਾਰਮ ਦੇ ਵਿੱਚ ਯੂਜ਼ ਕਰ ਰਹੇ ਹੁੰਦੇ ਹੋ। ਬਟ ਜੇ ਐਡਜੈਕਟਿਵ ਤੋਂ ਬਾਅਦ ਐਲ ਵਾਈ ਦਾ ਯੂਜ਼ ਹੋ ਗਿਆ ਤਾਂ ਉੱਥੇ ਜਿਹੜਾ ਵਰਡ ਹੈ ਤੁਹਾਡਾ ਐਡਵਰਬ ਫਾਰਮ ਦੇ ਲਈ ਯੂਜ਼ ਕੀਤਾ ਜਾਂਦਾ। ਹਾਲੇ ਤਾਂ ਹੁਣ ਇੱਥੇ ਚੈੱਕ ਕਰੋ ਆਪਣੇ ਕੋਲੇ ਵਰਡ ਯੂਜ਼ ਕੀਤੇ ਗਏ ਆ, ਜੇ ਨਾउन ਤੋਂ ਬਾਅਦ ਐਲ ਵਾਈ ਹੈ ਤਾਂ ਉਹ ਐਡਜੈਕਟਿਵ ਹੋਏਗਾ, ਜੇ ਐਡਜੈਕਟਿਵ ਤੋਂ ਬਾਅਦ ਐਲ ਵਾਈ ਹੈ ਤਾਂ ਉਹ ਕੀ ਹੋਏਗਾ ਐਡਵਰਬ ਹੋਏਗਾ। ਹੁਣ ਆਪਾਂ ਐਗਜ਼ਾਮਪਲ ਲੈਣੇ ਆ, ਜਿਵੇਂ ਆਪਣੇ ਕੋਲ ਇੱਕ ਨਾउन ਲੈ ਲੈਣੇ ਆਪਾਂ ਫਰੈਂਡ। ਫਰੈਂਡ ਕੀ ਇੱਕ ਨਾउन ਹੈ, ਜੇ ਇਸ ਤੋਂ ਬਾਅਦ ਮੈਂ ਐਲ ਵਾਈ ਐਡ ਕਰਦਾ ਤਾਂ ਵਰਡ ਕੀ ਬਣ ਜਾਏਗਾ ਫਰੈਂਡਲੀ। ਫਰੈਂਡਲੀ ਜੋ ਕਿ ਕੀ ਇੱਕ ਐਡਜੈਕਟਿਵ ਹੈ। बट जे मैं सिमिलरली कोई एडजेक्टिव लवा, जिवें मैं पोलाइट ही वर्ड यूज कर रही हूँ, पोलाइट की एक एडजेक्टिव है, कोई पर्सन पोलाइट है नेबर है, सो एक एडजेक्टिव है। जे इस तो बाद मैं एनवाई यूज कर लिया तो वर्ड की बन जाएगा मेरे को न्यू वर्ड बनया पोलाइटली। पोलाइटली जो कि एक एडवर्ब है। सो ये है जी ਤੁਹਾਡੇ ਕੋਲੇ यूज कि जे ਤੁਹਾਡੇ ਕੋਲੇ नाउन ਤੋਂ ਬਾਅਦ एलवाई यूज हो गया ਤਾਂ ਉਹ एडजेक्टिव हो जाएगा, बट जे पोलाइट ਤੋਂ ਬਾਅਦ एलवाई यूज हो गया ਤਾਂ ਉਹ ਕੀ ਹੋ ਜਾਏਗਾ ਤੁਹਾਡੇ ਕੋਲੇ एडवर्ब ਹੋਏਗਾ। ਬਟ ਕਈ ਵਾਰ ਕੀ ਹੁੰਦਾ ਹੈ ਕੁਝ ਕੁ ਜਿਹੜੇ ਐਡਜੈਕਟਿਵਸ ਹੁੰਦੇ ਆ एलवाई ਨਾਲ ਐਂਡ ਹੁੰਦੇ ਆ ਉਹਨਾਂ ਨੂੰ ਆਪਾਂ एडवर्ब ਫਾਰਮ ਦੇ ਵਿੱਚ ਵੀ ਯੂਜ਼ ਕਰਦੇ ਆ, ਬਸ ਉਸ ਵਿੱਚ ਥੋੜਾ ਜਿਹਾ ਡਿਫਰੈਂਸ ਹੈ ਜਿਹੜਾ ਤੁਸੀਂ ਐਡ ਕਰ ਦਿੰਦੇ ਹੋ। ਇੱਕ ਵਾਰ ਚੈੱਕ ਕਰਦੇ ਆ, ਇਸ ਤੋਂ ਬਾਅਦ ਉਹਨਾਂ ਨੂੰ ਡਿਸਕਸ ਕਰਦੇ ਆ। ਦੇਖੋ ਜੀ adjectives which end with ly, ਹੁਣ ਜਿੰਨੇ ਵੀ ਵਰਡ ਇੱਥੇ ਲਿਖੇ ਹੋਏ ਸਾਰੇ ਦੇ ਸਾਰੇ ਕਿਵੇਂ ਤੁਹਾਡੇ ਕੋਲੇ ਐਡਜੈਕਟਿਵਸ ਨੇ ਨਾउन ਤੋਂ ਬਾਅਦ ly ਦਾ ਯੂਜ਼ ਕੀਤਾ ਹੋਇਆ। ਪਹਿਲਾਂ ਨਾउन ਹੈ ਇਸ ਤੋਂ ਬਾਅਦ ly ਯੂਜ਼ ਕੀਤਾ, ਇਟ ਮੀਨਸ ਕੀ ਬਣ ਜਾਣਗੇ ਉਹ ਐਡਜੈਕਟਿਵ ਬਣ ਜਾਣਗੇ। ਜਿਵੇਂ ਆਪਾਂ ਫਰੈਂਡਲੀ ਪਿੱਛੇ ਡਿਸਕਸ ਹੀ ਕਰਕੇ ਆਏ ਫਰੈਂਡ ਕੀ ਹੁੰਦਾ ਨਾउन ਹੁੰਦਾ ly ਯੂਜ਼ ਕਰ ਲਿਆ, ਸੋ ਇਹ ਐਡਜੈਕਟਿਵ ਹੈ। ਕਾਵਰਡ ਨਾउन ਹੈ ly ਯੂਜ਼ ਕੀਤਾ ਐਡਜੈਕਟਿਵ। ਮਾਈਜ਼ਰ ਅਗੇਨ ਇੱਕ ਨਾउन ਹੈ ly ਯੂਜ਼ ਕੀਤਾ ਕੀ ਬਣ ਗਿਆ ਐਡਜੈਕਟਿਵ। ਨਿਗਾਰਡਲੀ ਤੁਸੀਂ ਨਵਾਂ ਵਰਡ ਹੈ, ਮਾਈਜ਼ਰਲੀ ਦਾ ਸਹੀ ਨਾਮ ਹੈ, ਇਹਦਾ ਮੀਨਿੰਗ ਵੀ ਕੰਜੂਸ ਹੀ ਹੁੰਦਾ ਹੈ। ਨਿਗਾਰਡਲੀ ਅਗੇਨ ਤੁਸੀਂ ਯੂਜ਼ ਕਰੋਗੇ ly ਦਾ ਪਿੱਛੇ ਰਹੇ ਐਡਜੈਕਟਿਵ। manly, womanly, kingly, heavenly, masterly, ugly, earthly, godly, silly, ਤਾਂ ਇਹ ਸਾਰੇ ਦੇ ਸਾਰੇ ਵਰਡ ਤੁਹਾਡੇ ਕੋਲੇ ਕੀ ਨੇ ਜੀ ਐਡਜੈਕਟਿਵ ਨੇ, ਵਿਸ਼ੇਸ਼ਣ ਨੇ। ਹੁਣ ਜਦੋਂ ਤੁਸੀਂ ਇਹਨਾਂ ਨੂੰ ਯੂਜ਼ ਕਰ ਰਹੇ ਹੋਏ ਐਜ਼ ਐਨ ਐਡਵਰਬ ਸੈਂਟੈਂਸ ਦੇ ਵਿੱਚ ਇਹ ਕੰਮ ਕਰ ਰਹੇ ਆ ਐਡਵਰਬ ਦਾ, ਤਾਂ ਤੁਸੀਂ ਇਹਨਾਂ ਦੇ ਵਿੱਚ ਕੀ ਕਰੋਗੇ ਯੂਜ਼ ਕਰੋਗੇ ਵਰਡ ਇਨ ਅ, ਜਿਹੜਾ ਵੀ ਵਰਡ ਹੈ ਮੈਨਰ। ਜੇ ਮੈਂ ਤੁਹਾਨੂੰ ਕਹਾਂ ਇਨ ਅ ਫਰੈਂਡਲੀ ਮੈਨਰ, in a cowardly manner, in a miserly manner, in a niggardly manner, in a manly manner, ਤਾਂ ਇਸ ਤਰੀਕੇ ਨਾਲ manly manner word ਆ ਜਿਹੜਾ ਤੁਸੀਂ ਐਡ ਕਰ ਲਓਗੇ ਇਹਨਾਂ ਦੇ ਪਿੱਛੇ ਜਦੋਂ ਤੁਸੀਂ ਇਹਨਾਂ ਨੂੰ ਐਜ਼ ਐਨ ਐਡਵਰਬ ਯੂਜ਼ ਕਰੋਗੇ। ਤਾਂ ਐਡਵਰਬ ਫਾਰਮ ਦੇ ਲਈ ਤੁਹਾਡੇ ਕੋਲ ਫਰੇਜ਼ ਹੈ ਜਿਹੜੀ ਇਸ ਤਰੀਕੇ ਨਾਲ ਯੂਜ਼ ਕੀਤੀ ਜਾਊਗੀ। ਹਾਂਜੀ, ਤਾਂ ਇਹ ਟੌਪਿਕ ਹੁਣ ਆਪਾਂ ਡਿਸਕਸ ਕਰਾਂਗੇ ਇਸ ਟੌਪਿਕ ਨਾਲ ਰਿਲੇਟਡ ਕੁਝ ਕੁਐਸਚਨ। ਹਾਂਜੀ, ਤਾਂ ਦੇਖੋ क्वेश्चन है जरा तुम स्क्रीन ਦੇ ਉੱਤੇ ਦੇਖ ਰਹੇ ਹੋ। ਫਰਸਟ ਕੁਐਸਚਨ ਹੈ ਤੁਹਾਡਾ ਕਮਲ ਟ੍ਰੀਟਡ ਮੀ ਫ੍ਰੈਂਡਲੀ। ਤਾਂ ਹੁਣ ਚੈੱਕ ਕਰੋ ਤੁਹਾਡੇ ਕੋਲੇ ਵਰਡ ਯੂਜ਼ ਕੀ ਕੀਤਾ ਫ੍ਰੈਂਡਲੀ ਦਾ, ਤੇ ਯੂਜ਼ ਕਿਹਦੇ ਲਈ ਕੀਤਾ ਟ੍ਰੀਟਡ ਦੇ ਲਈ। ਇਟ ਮੀਨਸ ਹੋਣਾ ਤਾਂ ਫਿਰ ਐਡਵਰਬ ਚਾਹੀਦਾ ਸੀ ਬਿਕਾਜ਼ ਵਰਬ ਨੂੰ ਕੁਆਲੀਫਾਈ ਕਰ ਰਹੇ ਹਾਂ। ਵਰਬ ਨੂੰ ਕੁਆਲੀਫਾਈ ਕਰਨ ਦੇ ਲਈ ਤੁਹਾਡੇ ਕੋਲ ਐਡਜੈਕਟਿਵ ਥੋੜੀ ਹੁੰਦੇ ਆ, ਕੀ ਹੁੰਦੇ ਆ ਐਡਵਰਬ ਹੁੰਦੇ ਆ। ਤਾਂ ਇੱਥੇ ਤੁਸੀਂ ਯੂਜ਼ ਕੀਤਾ ਫ੍ਰੈਂਡਲੀ ਦਾ ਜੋ ਕਿ ਇੱਕ ਐਡਜੈਕਟਿਵ ਹੈ। ਹੁਣ ਐਡਜੈਕਟਿਵ ਨੂੰ ਤੁਸੀਂ ਐਡਵਰਬ ਬਣਾਉਣ ਦੇ ਲਈ ਕੀ ਯੂਜ਼ ਕਰਦੇ ਹੋ ਇਨ ਬਲੈਂਕ ਮੈਨਰ। ਤਾਂ ਹੁਣ ਇੱਥੇ ਤੁਸੀਂ ਯੂਜ਼ ਕਰ ਲਓਗੇ ਫ੍ਰੈਂਡਲੀ ਦਾ ਯੂਜ਼ ਨਹੀਂ ਹੋਏਗਾ, ਸੀ ਪਾਰਟ ਦੇ ਵਿੱਚ ਐਰਰ ਹੈ। ਇਨ ਅ ਫ੍ਰੈਂਡਲੀ ਮੈਨਰ ਹੈ ਜਿਹੜਾ ਤੁਸੀਂ ਯੂਜ਼ ਕਰੋਗੇ ਇਨ ਅ ਫ੍ਰੈਂਡਲੀ ਮੈਨਰ ਜਿਹੜਾ ਫਰੇਜ਼ ਹੈ ਇੱਥੇ ਯੂਜ਼ ਕੀਤਾ ਜਾਊਗਾ। ਹਾਂਜੀ, ਤਾਂ 7 ਨੰਬਰ ਕੁਐਸਚਨ ਹੈ ਜਿਹੜਾ ਤੁਸੀਂ ਦੇਖੋਗੇ ਅਗੇਨ ਰਮਨ ਬਿਹੇਵਡ ਸਿਲੀ ਵਿਦ ਆਲ ਹਿਸ ਫਰੈਂਡਸ ਐਟ ਦਾ ਪਾਰਟੀ। ਚੈੱਕ ਕਰੋ ਕਿ ਕਿਹੜੇ ਪਾਰਟ ਦੇ ਵਿੱਚ ਐਰਰ ਹੈ। ਹਾਂਜੀ, ਤਾਂ ਸਭ ਤੋਂ ਪਹਿਲਾਂ ਤੁਸੀਂ ਪਾਰਟ ਫਾਈਂਡ ਆਊਟ ਕਰਨਾ ਕਿ ਕਿਹੜੇ ਪਾਰਟ ਦੇ ਵਿੱਚ ਐਰਰ ਹੈ। ਇਸ ਤੋਂ ਬਾਅਦ ਆਪਾਂ ਉਸ ਐਰਰ ਨੂੰ ਕਰੈਕਟ ਕਰਾਂਗੇ ਬਿਕਾਜ਼ ਆਪਣੇ ਕੋਲੇ ਦੋ ਤਰੀਕੇ ਦੇ ਕੁਐਸਚਨ ਹੈ ਜਿਹੜੇ ਆਪਾਂ ਕਲਾਸਿਸ ਦੇ ਵਿੱਚ ਡਿਸਕਸ ਕਰਦੇ ਹਾਂ। ਫਰਸਟ ਐਰਰ ਰਿਜੈਕਸ਼ਨ ਐਂਡ ਦਾ ਸੈਕੰਡ ਐਰਰ ਕਰੈਕਸ਼ਨ ਦਾ। ਹਾਂਜੀ, ਤਾਂ ਏ ਪਾਰਟ ਦੇ ਵਿੱਚ ਐਰਰ ਮਿਲ ਗਈ ਹੋਣੀ ਹੈ ਸਾਰਿਆਂ ਨੂੰ, ਤਾਂ ਕੀ ਐਰਰ ਹੈ
देखो ਆਪਾਂ ਸਿਲੀ ਵਰਡ ਪਿੱਛੇ ਕਰਕੇ ਆਏ ਨਾ, ਤਾਂ ਸਿਲੀ ਕੀ ਹੁੰਦਾ, ਇੱਕ ਐਡਜੈਕਟਿਵ ਹੁੰਦਾ ਹੈ, ਬਟ ਇੱਥੇ ਤੁਸੀਂ ਕੀ ਯੂਜ਼ ਕਰ ਰਹੇ ਹੋ, ਬਿਹੇਵਡ ਦੇ ਲਈ ਯੂਜ਼ ਕਰ ਰਹੇ ਹੋ। ਬਿਹੇਵ ਦਾ ਕੀ ਹੈ, ਇੱਥੇ ਇੱਕ verb ਹੈ, ਤੇ verb ਨੂੰ ਕੁਆਲੀਫਾਈ ਕਰਨ ਦੇ ਲਈ ਯੂਜ਼ ਕੀਤੇ ਜਾਣ ਵਾਲੇ ਵਰਡ ਐਡਜੈਕਟਿਵ ਤਾਂ ਹੋ ਹੀ ਨਹੀਂ ਸਕਦੇ, ਕੀ ਹੋਣਾ ਚਾਹੀਦਾ, ਉਹ ਐਡਵਰਬ ਹੋਣਾ ਚਾਹੀਦਾ, ਤੇ ਐਡਵਰਬ ਫਾਰਮ ਲਈ ਸਿਲੀ ਨੂੰ ਕਿਸ ਤਰੀਕੇ ਨਾਲ ਯੂਜ਼ ਕਰੋਗੇ, ਇਨ ਅ ਸਿਲੀ ਮੈਨਰ, ਇਨ ਅ ਸਿਲੀ ਮੈਨਰ। ਹਾਂਜੀ, ਤਾਂ ਫਿਰ ਇਹ ਫਰੇਜ਼ ਯੂਜ਼ ਹੋਊਗੀ, ਤੁਸੀਂ ਸਿਲੀ ਵਰਡ ਜਿਹੜਾ ਹੈਗਾ ਯੂਜ਼ ਨਹੀਂ ਕਰ ਸਕਦੇ। ਯੂਜ਼ ਹੋਏਗਾ, ਰਮਨ ਬਿਹੇਵਡ ਇਨ ਅ ਸਿਲੀ ਮੈਨਰ ਵਿਦ ਆਲ ਹਿਸ ਫਰੈਂਡਸ ਐਟ ਦਾ ਪਾਰਟੀ। ਸੋ ਇਹ ਪਾਰਟ ਦੇ ਵਿੱਚ ਐਰਰ ਸੀ, ਤੇ ਕਰੈਕਸ਼ਨ ਆਪਾਂ ਜਿਹੜੀ ਹੈਗੀ ਇੱਥੇ ਕਰ ਲਈ ਹੈ। ਹਾਂਜੀ, ਆਈ ਹੋਪ ਤੁਹਾਨੂੰ ਜਿਹੜਾ ਇਹ ਵਾਲਾ ਕੰਸੈਪਟ ਜ਼ਰੂਰ ਕਲੀਅਰ ਹੋ ਗਿਆ ਹੋਊਗਾ ਕਿ ਜੇ ਤੁਹਾਡੇ ਕੋਲ ਨਾਮ ਤੋਂ ਬਾਅਦ ਐਲਵਾਈ ਹੈ ਤਾਂ ਉਹ ਆਪਣੇ ਕੋਲ ਕੀ ਬਣ ਜਾਂਦਾ, ਐਡਜੈਕਟਿਵ। ਬਟ ਜੇ ਤੁਹਾਡੇ ਕੋਲ ਐਡਜੈਕਟਿਵ ਤੋਂ ਬਾਅਦ ਐਲਵਾਈ ਯੂਜ਼ ਕੀਤਾ ਤਾਂ ਉਹ ਐਡਵਰਬ ਹੁੰਦਾ ਹੈ। ਕੁਝ ਕੁ ਐਡਵਰਬ ਆਪਣੇ ਕੋਲ ਐਡਜੈਕਟਿਵ ਹੁੰਦੇ ਆ ਜਿਹੜੇ ਐਲਵਾਈ ਨਾਲ ਆਪਾਂ ਯੂਜ਼ ਕਰਦੇ ਆ, ਤੇ ਉਹਨਾਂ ਨੂੰ ਯੂਜ਼ ਕਰ ਲੈਂਦੇ ਆ ਐਜ਼ ਐਨ ਐਡਵਰਬ ਵੀ। ਬਟ ਉੱਥੇ ਕੀ ਹੋ ਜਾਂਦਾ, ਤੁਹਾਡੇ ਕੋਲ ਕੁਝ ਇੱਕ ਫਰੇਜ਼ ਯੂਜ਼ ਹੋ ਜਾਂਦੀ ਹੈ, ਮੈਨਰ ਵਰਡ ਹੈ ਜਿਹੜੀ ਤੁਸੀਂ ਯੂਜ਼ ਕਰ ਲੈਣੇ, ਇਨ ਅ ਸਨੀ ਮੈਨਰ, ਇਨ ਅ ਪਾਵਰਟੀ ਮੈਨਰ, ਇਨ ਅ ਫਰੈਂਡਲੀ ਮੈਨਰ। ਤੇ ਐਵੇਂ ਜਿਹੜੇ ਆਪਾਂ ਕੁਐਸਚਨ ਹੈ ਉਹ ਡਿਸਕਸ ਕਰ ਚੁੱਕੇ ਹਾਂ। ਆਈ ਹੋਪ ਤੁਹਾਡਾ ਕੰਸੈਪਟ ਕਲੀਅਰ ਹੋ ਗਿਆ ਹੋਗਾ। ਹਾਂਜੀ, ਤੇ ਨੈਕਸਟ concept ਜਿਹੜਾ ਆਪਾਂ ਕਲਾਸ 'ਚ ਡਿਸਕਸ ਕਰਨਾ ਹੈ, that is generally an adverb is formed by adding the suffix ly to an adjective। ਤਾਂ ਬੇਸਿਕਲੀ ਹੁਣ ਆਪਾਂ ਜਿਵੇਂ ਟੌਪਿਕ ਪਿੱਛੇ ਕਰਕੇ ਹੀ ਆਏ ਹਾਂ ਕਿ ਜੇ ਕਈ ਵਾਰ ਕੀ ਹੁੰਦਾ ਤੁਹਾਡੇ ਕੋਲ ਜ਼ਿਆਦਾਤਰ ਟਾਈਮ ਕੀ ਹੁੰਦਾ ਹੈ, ਜਦੋਂ ਤੁਸੀਂ ਐਡਵਰਬ ਬਣਾਉਂਦੇ ਹੋ ਤਾਂ ਤੁਹਾਡੇ ਕੋਲ ਐਡਜੈਕਟਿਵ ਤੋਂ ਬਾਅਦ ly ਯੂਜ਼ ਹੋ ਜਾਂਦਾ, ਜਿਵੇਂ ਆਪਾਂ ਪੋਲਾਈਟਲੀ ਕੀਤਾ ਹਨਾ, ਸਿੰਸਰਲੀ ਕੀਤਾ, ਓਨੈਸਟਲੀ ਹੈ, ਇਹ ਸਾਰੇ ਕੀ ਨੇ ਤੁਹਾਡੇ ਕੋਲ ਐਡਵਰਬ ਨੇ, ਐਡਜੈਕਟਿਵ ਤੋਂ ਬਾਅਦ ly ਯੂਜ਼ ਕਰਕੇ ਆਪਾਂ ਜਿਹੜੇ ਐਡਵਰਬ ਉਹ ਬਣਾਏ ਆ। ਕੁਝ ਕੁ ਐਗਜ਼ਾਮਪਲਸ ਨੇ ਜਿਹੜੀਆਂ ਨੀਚੇ ਤੁਸੀਂ ਦੇਖ ਰਹੇ ਹੋ ਕਿ ਐਡਜੈਕਟਿਵ ਹੈ, ਜਿਵੇਂ ਸੌਫਟ, ਸੌਫਟ ਨੂੰ ਤੁਸੀਂ ਐਡਵਰਬ ਬਣਾਉਣ ਵਾਸਤੇ ਇਹਦੇ ਵਿੱਚ ਐਲਵਾਈ ਕੀਤਾ, ਐਡਜੈਕਟਿਵ ਤੋਂ ਬਾਅਦ ਐਲਵਾਈ ਲੱਗ ਗਿਆ ਤਾਂ ਐਡਵਰਬ ਬਣ ਜਾਏਗਾ। ਕਲੀਅਰ ਐਡਜੈਕਟਿਵ ਹੈ, ਕਲੀਅਰਲੀ ਐਡਵਰਬ ਹੈ। ਐਕਸਟ੍ਰੀਮ ਐਡਜੈਕਟਿਵ ਹੈ, ਐਕਸਟ੍ਰੀਮਲੀ ਤੁਹਾਡੇ ਕੋਲ ਕੀ ਹੈ, ਐਡਵਰਬ ਹੈ। ਬਟ ਕਈ ਵਾਰ ਕੀ ਹੁੰਦਾ ਹੈ, ਕੁਝ ਇਹੋ ਜਿਹੇ ਵਰਡਸ ਵੀ ਨੇ ਜਿਹੜੇ ਤੁਸੀਂ ਯੂਜ਼ ਕਰਦੇ ਹੋ ਐਜ਼ ਐਨ ਐਡਜੈਕਟਿਵ ਵੀ ਤੇ ਐਜ਼ ਐਨ ਐਡਵਰਬ ਵੀ, ਉਹਨਾਂ ਦੇ ਪਿੱਛੇ ਐਲਵਾਈ ਵਗੈਰਾ ਜਿਹੜਾ ਯੂਜ਼ ਨਹੀਂ ਕੀਤਾ ਜਾਂਦਾ, ਤੇ ਐਕਸਟਰਾ ਜਿਵੇਂ ਮੈਨਰ ਵਰਡ ਯੂਜ਼ ਕੀਤਾ ਸੀ ਉਹ ਯੂਜ਼ ਨਹੀਂ ਹੁੰਦੇ। ਦੇਖੋ ਜੀ ਉਹ ਵਰਡਸ, certain words work as an adjective as well as an ਐਡਵਰਬ। ਤਾਂ ਹੁਣ ਕੁਝ ਕੁ ਵਰਡ ਹੈ ਜਿਹੜੇ ਤੁਹਾਡੇ ਕੋਲ ਯੂਜ਼ ਕੀਤੇ ਜਾਂਦੇ ਆ ਐਡਜੈਕਟਿਵ ਫਾਰਮ ਦੇ ਵਿੱਚ ਵੀ ਤੇ ਐਡਵਰਬ ਫਾਰਮ ਦੇ ਵਿੱਚ ਵੀ, ਜਿਵੇਂ ਫਰਸਟ ਹੈ ਫਾਸਟ, ਹਾਰਡ, ਸਟ੍ਰੇਟ, ਡਾਇਰੈਕਟ, ਲੇਟ। ਹੁਣ ਇਹਨਾਂ ਦਾ ਮੀਨਿੰਗ ਹੈ ਜਿਹੜਾ ਐਡਜੈਕਟਿਵ ਫਾਰਮ ਦੇ ਵਿੱਚ ਮੀਨਿੰਗ ਅਲੱਗ-ਅਲੱਗ ਹੋਊਗਾ। ਮੀਨਿੰਗ ਜਿਵੇਂ ਫਾਸਟ ਦਾ ਮੀਨਿੰਗ ਐਡਜੈਕਟਿਵ ਫਾਰਮ 'ਚ ਕੁਝ ਹੋਰ ਹੋਵੇਗਾ, ਜਦੋਂ ਤੁਸੀਂ ਐਡਵਰਬ ਫਾਰਮ 'ਚ ਯੂਜ਼ ਕਰ ਰਹੇ ਹੋ ਉੱਥੇ ਦਾ ਮੀਨਿੰਗ ਹੈ ਜਿਹੜਾ ਡਿਫਰੈਂਟ ਹੋ ਜਾਏਗਾ। ਬਟ ਯੂਜ਼ ਤੁਸੀਂ ਫਾਸਟ ਹੀ ਕਰੋਗੇ, ਫਾਸਟਲੀ ਵਰਡ ਯੂਜ਼ ਨਹੀਂ ਕਰੋਗੇ ਐਡਵਰਬ ਬਣਾਉਣ ਲਈ। ਜਦੋਂ ਆਪਾਂ ਦੇਖਿਆ ਨਾ ਐਡਜੈਕਟਿਵ ਤੋਂ ਐਡਵਰਬ ਬਣਾਉਣਾ ਤਾਂ ਆਪਾਂ ਐਲਵਾਈ ਐਡ ਕਰ ਦਿੰਦੇ ਆ, ਤੇ ਫਾਸਟ ਐਡਜੈਕਟਿਵ ਹੈ ਇਹਦੇ ਵਿੱਚ ਐਲਵਾਈ ਕਰਕੇ ਐਡਵਰਬ ਨਹੀਂ ਬਣੇਗਾ। ਫਾਸਟ ਹੀ ਐਡਜੈਕਟਿਵ ਫਾਰਮ 'ਚ ਵੀ ਯੂਜ਼ ਕੀਤਾ ਜਾਏਗਾ ਤੇ ਐਡਵਰਬ ਫਾਰਮ ਦੇ ਵਿੱਚ ਵੀ। ਹਾਰਡ ਅਗੇਨ ਐਡਜੈਕਟਿਵ ਫਾਰਮ 'ਚ ਵੀ ਯੂਜ਼ ਕੀਤਾ ਜਾਂਦਾ ਹੈ, ਐਡਵਰਬ ਫਾਰਮ ਦੇ ਵਿੱਚ ਵੀ। ਸਟ੍ਰੇਟ, ਡਾਇਰੈਕਟ, ਲੇਟ, ਇਹ ਸਾਰੇ ਦੇ ਸਾਰੇ ਐਡਜੈਕਟਿਵ ਵੀ ਨੇ ਤੇ ਐਡਵਰਬ ਵੀ ਨੇ। ਬਸ ਇਹ ਛੋਟਾ ਜਿਹਾ ਡਿਫਰੈਂਸ ਹੋਰ ਆ ਜਾਂਦਾ ਜਦੋਂ ਤੁਸੀਂ ਇਹਨਾਂ ਵਿੱਚ ਐਲਵਾਈ ਐਡ ਕਰ ਦਿੰਦੇ ਹੋ। ਜਿਵੇਂ ਮੈਂ ਤੁਹਾਨੂੰ ਕਹਾ ਹਾਰਡ ਵਰਡ ਦਾ ਮੀਨਿੰਗ ਕੁਝ ਹੋਰ ਹੈ, ਜੇ ਮੈਂ ਹਾਰਡਲੀ ਵਰਡ ਬਣਾਤਾ ਤਾਂ ਉਹਦਾ ਮੀਨਿੰਗ ਹੈ ਜਿਹੜਾ ਕੁਝ ਹੋਰ ਹੋ ਜਾਏਗਾ। ਤਾਂ ਹੁਣ ਇਹ ਹੈ ਜਿਹੜਾ ਥੋੜਾ ਜਿਹਾ ਡਿਫਰੈਂਸ ਹੈ ਤੁਹਾਡੇ ਕੋਲੇ ਸੈਂਟੈਂਸ ਦੇ ਵਿੱਚ ਆ ਜਾਂਦਾ ਹੈ। ਹਾਂਜੀ, ਤਾਂ ਅਗੇਨ ਤੁਸੀਂ ਚੈੱਕ ਕਰੋਗੇ ਕੁਐਸਚਨ ਤਾਂ ਜੋ ਤੁਹਾਨੂੰ ਇਹ ਕੰਸੈਪਟ ਦਾ ਪਤਾ ਲੱਗ ਜਾਏ ਕਿ ਕਿਸ ਤਰੀਕੇ ਨਾਲ ਕੰਸੈਪਟ ਤੁਸੀਂ ਸੈਂਟੈਂਸ ਦੇ ਵਿੱਚ ਅਪਲਾਈ ਕਰਨਾ। ਦੇਖੋ ਜੀ, he hurt himself yesterday while running very fastly. He hurt himself yesterday while running very fastly। ਤਾਂ ਹੁਣ ਕਿਹੜੇ ਪਾਰਟ ਦੇ ਵਿੱਚ ਐਰਰ ਹੈ ਜਾਂ ਫਿਰ ਕੀ ਐਰਰ ਹੈ ਜਿਹੜੀ ਤੁਸੀਂ ਡਿਟੈਕਟ ਕਰਨੀ। ਦੇਖੋ ਜੀ, ਆਪਾਂ ਪਿੱਛੇ ਵਰਡ ਕਰਕੇ ਆਏ ਆ ਫਾਸਟ, ਹਾਰਡ, ਸਟ੍ਰੇਟ, ਡਾਇਰੈਕਟ ਤੇ ਇੱਕ ਲਾਸਟ ਵਰਡ ਆਪਾਂ ਡਿਸਕਸ ਕੀਤਾ ਸੀ ਲੇਟ ਵਾਲਾ ਹਨਾ। ਤਾਂ ਇਹਨਾਂ ਦੇ ਇਹ ਕੀ ਹੈ, ਤੁਹਾਡੇ ਕੋਲ ਐਡਜੈਕਟਿਵ ਫਾਰਮਸ ਵੀ ਯੂਜ਼ ਹੁੰਦੇ ਆ, ਐਡਵਰਬ ਫਾਰਮਸ ਵੀ ਯੂਜ਼ ਹੁੰਦੇ ਆ, ਤਾਂ ਇਹਨਾਂ ਨਾਲ ਤੁਸੀਂ ਐਲਵਾਈ ਕਰਕੇ ਐਡਵਰਬ ਨਹੀਂ ਬਣਾਉਂਦੇ ਹੁੰਦੇ। ਸੋ ਤੁਹਾਡੇ ਕੋਲ ਯੂਜ਼ ਕੀਤਾ ਹੋਇਆ ਵਰਡ ਕੀ ਆ ਗਿਆ, ਫਾਸਟਲੀ। ਫਾਸਟਲੀ ਕਿਹਦੇ ਵਾਸਤੇ ਯੂਜ਼ ਕੀਤਾ ਗਿਆ, ਅਗੇਨ ਤੁਸੀਂ ਐਡਵਰਬ ਫਾਰਮ ਲਈ ਯੂਜ਼ ਕਰ ਰਹੇ। ਸੋ ਤੁਸੀਂ ਐਜ਼ ਇਟ ਇਜ਼ ਯੂਜ਼ ਕਰ ਲਓਗੇ, ਇਹਨੂੰ ਐਲਵਾਈ ਐਡ ਕਰਕੇ ਐਡਵਰਬ ਨਹੀਂ ਬਣਾਓਗੇ। ਸੀ ਪਾਰਟ ਦੇ ਵਿੱਚ ਐਰਰ ਹੈ, ਯੂਜ਼ ਕੀਤਾ ਜਾਏਗਾ ਐਡਵਰਬ ਦਾ, ਫਾਸਟ ਦਾ। he hurt himself yesterday while running very fast। ਤਾਂ ਫਾਸਟ ਯੂਜ਼ ਕਰੋਗੇ ਤੁਸੀਂ, ਫਾਸਟਲੀ ਵਰਡ ਹੈ ਜਿਹੜਾ ਯੂਜ਼ ਨਹੀਂ ਕਰੋਗੇ। ਮਤਲਬ ਕਿ ਫਾਸਟ ਵੀ ਐਡਵਰਬ ਹੈ ਤੇ ਵੈਰੀ ਵੀ ਐਡਵਰਬ ਹੈ। ਐਡਵਰਬ ਨੂੰ ਐਡਵਰਬ ਡਿਸਕ੍ਰਾਈਬ ਕਰ ਰਹੀ ਹੈ ਵੈਰੀ। ਹਾਂਜੀ, ਤਾਂ ਇਹ ਆਪਾਂ ਜਿਹੜਾ ਫਸਟ ਕਲਾਸ ਵਿੱਚ ਡਿਸਕਸ ਕਰ ਹੀ ਚੁੱਕੇ ਹਾਂ ਕਿ ਕੱਲਾ ਐਡਵਰਬ ਦਾ ਮੀਨਿੰਗ ਇਹ ਨਹੀਂ ਹੁੰਦਾ ਕਿ ਉਹ ਵਰਬ ਨੂੰ ਡਿਸਕ੍ਰਾਈਬ ਕਰੇਗੀ, ਉਹ ਐਡਵਰਬ ਨੂੰ ਵੀ ਡਿਸਕ੍ਰਾਈਬ ਕਰ ਸਕਦੀ ਹੈ, ਸੈਕਿੰਡ ਉਹ ਐਡਜੈਕਟਿਵ ਨੂੰ ਡਿਸਕ੍ਰਾਈਬ ਵੀ ਕਰ ਸਕਦੀ ਹੈ। ਹਾਂਜੀ, ਤਾਂ ਹੁਣ ਅੱਗੇ ਜਿਹੜਾ ਮੈਂ ਤੁਹਾਨੂੰ ਕੰਸੈਪਟ ਦੱਸਿਆ ਕਿ ਜਿਵੇਂ ਆਪਾਂ ਹਾਰਡ ਦੇ ਪਿੱਛੇ ਐਲਵੀ ਲਾ ਕੇ ਉਹਨੂੰ ਹਾਰਡ ਨੂੰ ਬਣਾ ਦਿੰਦੇ ਹਾਂ ਤਾਂ ਉੱਥੇ ਮੀਨਿੰਗ ਚੇਂਜ ਹੋ ਜਾਂਦਾ ਹੈ। ਤੇ ਇਹ ਤੁਹਾਡੇ ਕੋਲ ਕੁਝ ਕੁ ਵਰਡ ਨੇ ਜਿਨ੍ਹਾਂ ਦੇ ਪਿੱਛੇ ਐਲਵਾਈ ਦਾ ਯੂਜ਼ ਕਰਕੇ ਤੁਸੀਂ ਕੀ ਕਰ ਲੈਂਦੇ ਹੋ, ਐਡਵਰਬ ਦਾ ਮੀਨਿੰਗ ਚੇਂਜ ਕਰ ਦਿੰਦੇ ਹੋ। There are certain adverbs that have different meanings in ly form। ਤਾਂ ਹੁਣ ਜਿੰਨੇ ਵੀ ਵਰਡ ਤੁਹਾਨੂੰ ਦਿੱਤੇ ਹੋਏ ਆ ਜੇ ਤਾਂ ਇਹ ਯੂਜ਼ ਕੀਤੇ ਜਾ ਰਹੇ ਐਜ਼ ਇਟ ਇਜ਼, ਜਿਵੇਂ ਲੇਟ ਵਰਡ ਯੂਜ਼ ਕੀਤਾ ਉਹਦਾ ਮੀਨਿੰਗ ਕੁਝ ਹੋਰ ਹੈ, ਜਦੋਂ ਤੁਸੀਂ ਐਲਵਾਈ ਲਾਤਾ ਤਾਂ ਉਹਦਾ ਮੀਨਿੰਗ ਹੈ ਜਿਹੜਾ ਡਿਫਰੈਂਟ ਹੋ ਜਾਏਗਾ।
हाँ जी, तो ਆਪਾਂ ਚੈੱਕ ਕਰਦੇ ਹਾਂ ਲੇਟ ਦਾ ਮੀਨਿੰਗ ਕੀ ਹੁੰਦਾ ਹੈ। ਲੇਟ ਕੀ ਹੁੰਦਾ ਹੈ ਆਫਟਰ ਦਾ ਯੂਜੂਅਲ ਔਰ ਐਕਸਪੈਕਟਡ ਟਾਈਮ। ਜਿਵੇਂ ਆਪਾਂ ਕਹਿੰਦੇ ਨਾ ਕੋਈ ਪਰਸਨ ਲੇਟ ਆ ਰਿਹਾ ਇਟ ਮੀਨਸ ਜਿੰਨਾ ਜਿਹੜਾ ਟਾਈਮ ਦਿੱਤਾ ਸੀ ਉਦੋਂ ਬਾਅਦ ਆ ਰਿਹਾ ਤਾਂ ਤੁਸੀਂ ਯੂਜ਼ ਕਰੋਗੇ ਲੇਟ ਵਰਡ ਦਾ। ਲੇਟਲੀ ਦਾ ਮਤਲਬ ਕੀ ਹੁੰਦਾ ਹੈ ਨਾਟ ਲੌਂਗ ਸਿੰਸ ਰੀਸੈਂਟਲੀ, ਮਤਲਬ ਕਿ ਕੋਈ ਚੀਜ਼ ਪਿੱਛੇ ਜਿਹੀ ਹੋ ਗਈ ਹਟੀ ਹੈ। ਲੇਟ ਦਾ ਮਤਲਬ ਹੁੰਦਾ ਤੁਸੀਂ ਲੇਟ ਆ ਰਹੇ ਹੋ ਆਫਟਰ ਯੂਜੂਅਲ ਔਰ ਐਕਸਪੈਕਟਡ ਟਾਈਮ। ਲੇਟਲੀ ਦਾ ਮਤਲਬ ਕੀ ਹੁੰਦਾ ਕੋਈ ਚੀਜ਼ ਰੀਸੈਂਟਲੀ ਹੋ ਗਈ ਹਟੀ ਹੈ, ਪਿੱਛੇ ਜਿਹੀ ਹੋ ਗਈ ਹਟੀ ਹੈ। ਨੈਕਸਟ ਤੁਹਾਡੇ ਕੋਲ ਵਰਡ ਫ੍ਰੀ, ਨਾਟ ਹੈਲਡ ਔਰ ਕੰਟਰੋਲਡ ਜਾਂ ਫਿਰ ਇੰਡੀਪੈਂਡੈਂਟ ਵਰਡ ਹੈ ਜਿਹੜਾ ਤੁਸੀਂ ਯੂਜ਼ ਕਰ ਸਕਦੇ ਹੋ। ਇੰਡੀਪੈਂਡੈਂਟ ਜਿਵੇਂ ਫ੍ਰੀ ਕਹਿੰਦੇ ਨੇ ਵੀ ਤੁਸੀਂ ਹੁਣ ਫ੍ਰੀ ਹੋ ਮਤਲਬ ਤੁਸੀਂ ਇੰਡੀਪੈਂਡੈਂਟ ਨੂੰ ਕੁਝ ਵੀ ਕਰ ਸਕਦੇ ਹੋ। ਤੇ ਫ੍ਰੀਲੀ ਦਾ ਮੀਨਿੰਗ ਕੀ ਹੁੰਦਾ ਹੈ ਵਿਦ ਫਰੀडम ਔਰ ਵਿਲਿੰਗਲੀ। ਜਦੋਂ ਆਪਾਂ ਕਹਿੰਦੇ ਹਾਂ ਵੀ ਆਪਾਂ ਆਪਣੀ ਇੱਛਾ ਅਨੁਸਾਰ ਕੁਝ ਵੀ ਕਰ ਸਕਦੇ ਤਾਂ ਉੱਥੇ ਉਹ ਫ੍ਰੀਲੀ ਵਰਡ ਹੈ ਜਿਹੜਾ ਯੂਜ਼ ਕਰੋਗੇ ਵਿਦ ਫਰੀडम ਔਰ ਵਿਲਿੰਗਲੀ, ਇੱਛਾ ਅਨੁਸਾਰ ਕੁਝ ਕਰਨਾ। ਨੈਕਸਟ ਵਰਡ ਜਿਵੇਂ ਤੁਸੀਂ ਦੇਖਿਆ ਹਾਰਡ। ਹਾਰਡ ਦਾ ਮੀਨਿੰਗ ਹੁੰਦਾ ਹੈ ਡਿਫਿਕਲਟ ਟੂ ਡੂ, ਕੋਈ ਚੀਜ਼ ਜਿਹੜੀ ਔਖੀ ਹੈ ਕਰਨ ਦੇ ਵਿੱਚ, ਜਾਂ ਫਿਰ ਅੰਡਰਸਟੈਂਡ ਜਿਹੜੀ ਚੀਜ਼ ਤੁਸੀਂ ਅੰਡਰਸਟੈਂਡ ਨਹੀਂ ਕਰ ਪਾ ਰਹੇ। ਡਿਫਿਕਲਟ ਟੂ ਡੂ ਔਰ ਅੰਡਰਸਟੈਂਡ, ਕੋਈ ਚੀਜ਼ ਜਿਹੜੀ ਕਰਨੀ ਔਖੀ ਹੈ ਜਾਂ ਫਿਰ ਅੰਡਰਸਟੈਂਡ ਸਮਝਣੀ ਔਖੀ ਹੈ ਤਾਂ ਉੱਥੇ ਤੁਸੀਂ ਯੂਜ਼ ਕਰ ਲਓਗੇ ਹਾਰਡ ਦਾ। ਬਟ ਹਾਰਡਲੀ ਦਾ ਮੀਨਿੰਗ ਕੀ ਹੈ, ਹਾਰਡਲੀ ਦਾ ਮਤਲਬ ਹੁੰਦਾ ਆਲਮੋਸਟ ਨਾਟ ਜਾਂ ਫਿਰ ਆਲਮੋਸਟ ਨੋ, ਨਾ ਮਾਤਰ ਜਿਹੜਾ ਨੈਗੇਟਿਵ ਫਾਰਮ ਦੇ ਵਿੱਚ ਤੁਹਾਡੇ ਕੋਲ ਹਾਰਡਲੀ ਦਾ ਮੀਨਿੰਗ ਆ ਜਾਂਦਾ। ਸੋ ਇਹ ਹੈ ਜੀ ਤੁਹਾਡੇ ਕੋਲੇ ਵਰਡ ਜਿਨ੍ਹਾਂ ਦੇ ਵਿੱਚ ਜਦੋਂ ਤੁਸੀਂ ਐਲਵਾਈ ਐਡ ਕਰ ਦਿੰਦੇ ਹੋ ਤਾਂ ਉਹਨਾਂ ਦਾ ਮੀਨਿੰਗ ਹੈ ਜਿਹੜਾ ਉਹ ਚੇਂਜ ਹੋ ਜਾਂਦਾ ਹੈ। ਇੱਕ ਕੁਐਸਚਨ ਚੈੱਕ ਕਰਾਂਗੇ ਲਾਸਟ ਆਪਣਾ ਕੁਐਸਚਨ ਹੈ ਜਿਹੜਾ ਆਪਾਂ ਅੱਜ ਦੀ ਕਲਾਸ ਦੇ ਵਿੱਚ ਡਿਸਕਸ ਕਰਨਾ ਹੈ। ਦੇਖੋ ਜੀ ਤਾਂ ਹੁਣ ਕੁਐਸਚਨ ਹੈ he looked hardly at the object as he did not want to miss any details। ਤਾਂ ਦੇਖੋ ਕੀ ਪਾਰਟ ਦੇ ਵਿੱਚ ਐਰਰ ਹੈ, ਕੀ ਐਰਰ ਹੈ, ਇਹ ਜਿਹੜੀ ਚੀਜ਼ ਤੁਸੀਂ ਚੈੱਕ ਕਰਨੀ ਹੈ। he looked hardly at the object as he did not want to miss any details। ਦੇਖੋ ਜੀ ਕਿੱਥੇ ਐਰਰ ਹੈ, ਦੇਖੋ ਤਾਂ ਹੁਣ ਇੱਥੇ ਤੁਸੀਂ ਯੂਜ਼ ਕੀ ਕੀਤਾ ਹਾਰਡਲੀ ਵਰਡ ਯੂਜ਼ ਕੀਤਾ। he looked hardly at the object as he did not want to miss any details। ਹੁਣ ਇੱਥੇ ਹਾਰਡਲੀ ਦਾ ਮੀਨਿੰਗ ਕੀ ਹੈ, ਹੁਣ ਆਪਾਂ ਹਾਰਡਲੀ ਦੇ ਦੋ ਮੀਨਿੰਗ ਕੀਤੇ। ਹਾਰਡਲੀ ਦਾ ਮੀਨਿੰਗ ਤਾਂ ਹੁੰਦਾ ਤੁਹਾਡੇ ਕੋਲੇ ਕੋਈ ਚੀਜ਼ ਬਿਲਕੁਲ ਨਾ ਮਾਤਰ ਹੋਣਾ, almost not, almost not। ਇੱਕ ਆਪਣੇ ਕੋਲੇ ਵਰਡ ਸੀ ਹਾਰਡ, ਇਹਦਾ ਮਤਲਬ ਕੀ ਹੁੰਦਾ difficult to understand, difficult to do or understand। ਤੁਹਾਡੇ ਕੋਲੇ ਵਰਡ ਕੀ ਹੈ ਹਾਰਡਲੀ। ਹੀ ਲੁਕਡ ਹਾਰਡਲੀ ਐਟ ਦਾ ਪ੍ਰੋਜੈਕਟ ਐਸ ਹੀ ਡਿਡ ਨਾਟ ਵਾਂਟ ਟੂ ਮਿਸ ਐਨੀ ਡਿਟੇਲਸ। ਮਤਲਬ ਕੀ ਹੁੰਦਾ ਕੋਈ ਪਰਸਨ ਜਦੋਂ ਕਿੰਨਾ ਕਦੋਂ ਦੇਖੂਗਾ ਧਿਆਨ ਨਾਲ, ਜਦੋਂ ਉਹਨੂੰ ਡਿਫਿਕਲਟੀ ਆਈ ਹੈ ਨਾ ਕੋਈ ਚੀਜ਼ ਸਮਝਣ ਦੇ ਵਿੱਚ, ਫੇਰ ਹੀ ਉਹ ਕਿਸੇ ਚੀਜ਼ ਨੂੰ ਧਿਆਨ ਦੇ ਨਾਲ ਗੌਰ ਨਾਲ ਦੇਖੂਗਾ। ਡਿਫਿਕਲਟ ਲੱਗ ਰਹੀ ਹੈ ਉਹਨੂੰ ਆਪ ਕਰਨ ਦੇ ਵਿੱਚ ਤਾਂ ਫਿਰ ਕੀ ਹੋਊਗਾ ਧਿਆਨ ਦੇਊਗਾ। ਤਾਂ ਤੁਸੀਂ ਇੱਥੇ ਯੂਜ਼ ਕਰੋਗੇ ਹਾਰਡ ਵਰਡ ਦਾ, ਹਾਰਡਲੀ ਦਾ ਯੂਜ਼ ਨਹੀਂ ਕਰੋਗੇ। ਹੀ ਲੁਕਡ ਹਾਰਡ ਐਟ ਦਾ ਆਬਜੈਕਟ ਐਸ ਹੀ ਡਿਡ ਨਾਟ ਵਾਂਟ ਟੂ ਮਿਸ ਐਨੀ ਡਿਟੇਲਸ, ਕਿਉਂਕਿ ਜਦੋਂ ਡਿਟੇਲਸ ਯੂਜ਼ ਕਰ ਰਹੇ ਆ ਉਹਨੂੰ ਹੀ ਡਿਫਿਕਲਟੀ ਹੋਣੀ ਆ ਬਾਅਦ ਦੇ ਵਿੱਚ ਅੰਡਰਸਟੈਂਡ ਕਰਨ ਦੇ ਵਿੱਚ। ਸੋ ਤੁਸੀਂ ਇੱਥੇ ਹਾਰਡ ਵਰਡ ਯੂਜ਼ ਕਰੋਗੇ, ਹਾਰਡਲੀ ਦਾ ਯੂਜ਼ ਹੈ ਜਿਹੜਾ ਇੱਥੇ ਨਹੀਂ ਕੀਤਾ ਜਾ ਸਕਦਾ। ਸੋ ਇਹ ਸੀ ਜੀ ਤੁਹਾਡਾ ਕੰਸੈਪਟ ਜਿਹੜਾ ਆਪਾਂ ਲਾਸਟ ਡਿਸਕਸ ਕੀਤਾ। ਇੱਕ ਵਾਰ ਇਹਨਾਂ ਨੂੰ ਗੋ ਥਰੂ ਕਰਾਂਗੇ ਕਿ ਜਿਹੜੇ ਜਿਹੜੇ ਕੰਸੈਪਟ ਆਪਾਂ ਅੱਜ ਦੀ ਕਲਾਸ ਦੇ ਵਿੱਚ ਡਿਸਕਸ ਕੀਤੇ ਆ ਸੋ ਦੈਟ ਤੁਸੀਂ ਜਿਹੜਾ ਉਹਨਾਂ ਨੂੰ ਕੈਚ ਕਰ ਸਕੋ। ਦੇਖੋ ਜੀ ਥੋੜੇ ਜਿਹੇ ਆਪਾਂ ਕਹਿ ਸਕਦੇ ਹਾਂ ਕਿ ਐਡਜੈਕਟਿਵ ਨਾਲ ਐਡਵਰਬ ਦੇ ਜਿੰਨੇ ਵੀ ਰੂਲ ਨੇ ਥੋੜੇ ਜਿਹੇ ਡਿਫਰੈਂਟ ਨੇ, ਔਖੇ ਨੇ। ਇਹਨਾਂ ਨੂੰ ਤਾਂ ਜਿਹੜਾ ਤੁਸੀਂ ਕਲਾਸ ਹੈ ਜਿਹੜੀ ਉਹ ਦੁਬਾਰਾ ਦੇਖ ਲੈਣੀ ਹੈ ਤਾਂ ਵੀ ਤੁਹਾਨੂੰ ਜਿਹੜਾ ਕਿ ਕੰਸੈਪਟ ਕਲੀਅਰ ਹੋ ਜਾਣ, ਬਿਕਾਜ਼ ਇੰਪੋਰਟੈਂਟ ਨੇ। ਜਿੰਨੇ ਵੀ ਕੰਸੈਪਟ ਆਪਾਂ ਕਰ ਰਹੇ ਹਾਂ ਇੰਪੋਰਟੈਂਟ ਨੇ, ਛੋਟੇ ਛੋਟੇ ਨੇ ਤੇ ਪਲੱਸ ਇਹ ਜਿਹੜੇ ਥੋੜੇ ਜਿਹੇ ਆਪਾਂ ਕਹਿ ਸਕਦੇ ਹਾਂ ਐਡਜੈਕਟਿਵ ਨਾਲ ਔਖੇ ਨੇ ਐਡਵਰਬ ਦੇ ਟੌਪਿਕ। ਦੇਖੋ ਜੀ ਫਰਸਟ ਆਪਾਂ ਡਿਸਕਸ ਕੀਤਾ ਅੱਜ ਦੀ ਕਲਾਸ ਦੇ ਵਿੱਚ ਕਿ ਐਡਵਰਬ ਆਫ ਮੈਨਰ ਦਾ ਯੂਜ਼ ਕਿਸ ਤਰੀਕੇ ਨਾਲ ਕੀਤਾ ਜਾਂਦਾ ਹੈ, ਜਿਹਦੇ ਵਿੱਚ ਆਪਾਂ ਦੋ ਤਰੀਕੇ ਦੀਆਂ ਐਡਵਰਬਸ ਹੈ ਜਿਹੜੀਆਂ ਉਹ ਡਿਸਕਸ ਕੀਤੀਆਂ। ਇੱਕ ਤਾਂ ਇੰਟਰਾਗੇਟਿਵ ਵਰਬ ਹੁੰਦੀ ਹੈ, ਇੱਕ ਟ੍ਰਾਂਜ਼ਿਟਿਵ ਵਰਬ ਹੁੰਦੀ ਹੈ। ਇੰਟ੍ਰਾਂਜ਼ਿਟਿਵ ਕਿਹੜੀ ਹੁੰਦੀ ਹੈ ਜਿਹਦੇ ਵਾਸਤੇ ਤੁਹਾਨੂੰ ਆਬਜੈਕਟ ਨਹੀਂ ਚਾਹੀਦਾ ਹੁੰਦਾ, ਉਹ ਆਪਣੇ ਆਪ ਮੀਨਿੰਗ ਦੇ ਦਿੰਦੀ ਹੈ। ਤੇ ਟ੍ਰਾਂਜ਼ਿਟਿਵ ਵਰਬ ਕਿਹੜੀ ਹੁੰਦੀ ਹੈ ਜਿਹਦੇ ਵਾਸਤੇ ਤੁਹਾਡੇ ਕੋਲੇ ਆਬਜੈਕਟ ਜ਼ਰੂਰੀ ਹੁੰਦਾ ਹੈ। ਤੇ ਟ੍ਰਾਂਜ਼ਿਟਿਵ ਵਰਬ ਦੇ ਕੇਸ ਵਿੱਚ ਤੁਹਾਡੇ ਕੋਲੇ ਜਿਹੜੀ ਐਡਵਰਬ ਆਫ ਮੈਨਰ ਹੈ ਉਹ ਪਹਿਲਾਂ ਵੀ ਪਲੇਸ ਕੀਤੀ ਜਾ ਸਕਦੀ ਹੈ ਟ੍ਰਾਂਜ਼ਿਟਿਵ ਵਰਬ ਤੋਂ, ਜਾਂ ਫਿਰ ਉਹਦੀ ਪੋਜੀਸ਼ਨ ਹੈ ਜਿਹੜੀ ਬਾਅਦ ਦੇ ਵਿੱਚ ਵੀ ਹੋ ਸਕਦੀ ਹੈ। ਬਟ ਜਿੱਥੇ ਤੁਹਾਡੇ ਕੋਲੇ ਇੰਟ੍ਰਾਂਜ਼ਿਟਿਵ ਵਰਬ ਹੈ ਤੇ ਤੁਸੀਂ ਐਡਵਰਬ ਆਫ ਮੈਨਰ ਦਾ ਯੂਜ਼ ਕਰ ਰਹੇ ਹੋ ਤਾਂ ਤੁਹਾਡੀ ਹਮੇਸ਼ਾ ਐਡਵਰਬ ਆਫ ਮੈਨਰ ਦੀ ਪੋਜੀਸ਼ਨ ਆਫਟਰ ਇੰਟ੍ਰਾਂਜ਼ਿਟਿਵ ਵਰਬ ਹੋਏਗੀ। ਤੁਸੀਂ ਪਹਿਲਾਂ ਐਡਵਰਬ ਆਫ ਮੈਨਰ ਤੋਂ ਜਿਹੜਾ ਇੰਟ੍ਰਾਂਜ਼ਿਟਿਵ ਵਰਬ ਤੋਂ ਪਹਿਲਾਂ ਜਿਹੜਾ ਐਡਵਰਬ ਆਫ ਮੈਨਰ ਯੂਜ਼ ਨਹੀਂ ਕਰ ਸਕਦੇ। ਅੱਜ ਤੱਕ ਆਪਾਂ ਇੰਟ੍ਰਾਂਜ਼ਿਟਿਵ ਐਡਵਰਬਸ ਹੈ ਜਿਹੜੀਆਂ ਆਪਾਂ ਦੇਖੀਆਂ ਸੀ ਕਿ ਕਿਹੜੇ ਕਿਹੜੇ ਵਰਡ ਹੈ ਜਿਹੜੇ ਤੁਹਾਡੇ ਕੋਲ ਐਡਵਰਬ ਆਫ ਮੈਨਰ ਦੇ ਵਿੱਚ ਯੂਜ਼ ਕੀਤੇ ਜਾਂਦੇ, ਜਿਵੇਂ ਕਲੀਅਰਲੀ, ਵਾਇਸਲੀ ਆਪਾਂ ਡਿਸਕਸ ਕੀਤੇ ਹੈ। ਕਲਾਸ ਹੈ ਜਿਹੜੀ ਇੱਕ ਵਾਰ ਦੁਬਾਰਾ ਚੈੱਕ ਕਰਕੇ ਦੇਖ ਲੈਣੀ, ਬਿਕਾਜ਼ ਇਹ ਕੰਸੈਪਟ ਥੋੜਾ ਜਿਹਾ ਸਮਝਣ ਦੇ ਵਿੱਚ ਔਖਾ ਹੈ ਕਿਉਂਕਿ ਤੁਹਾਨੂੰ ਇੱਥੇ ਜਿਹੜਾ ਨਵਾਂ ਟੌਪਿਕ ਇੱਕ ਕੰਸੈਪਟ ਪਤਾ ਲੱਗਿਆ ਕਿ ਟ੍ਰਾਂਜ਼ਿਟਿਵ ਵਰਬ ਕੀ ਹੁੰਦੀ ਹੈ ਤੇ ਇੰਟ੍ਰਾਂਜ਼ਿਟਿਵ ਵਰਬ ਜਿਹੜੀ ਉਹ ਕੀ ਹੁੰਦੀ ਹੈ। ਅੱਗੇ ਦੇਖੋ ਜੀ ਆਪਾਂ ਕੰਸੈਪਟ ਕੀਤਾ ਇਨਫ ਦਾ। ਅਗੇਨ ਇਹ ਕੰਸੈਪਟ ਜਿਹੜੇ ਸਟੂਡੈਂਟ ਨੇ ਪਹਿਲਾਂ ਐਡਜੈਕਟਿਵ ਦੀਆਂ ਕਲਾਸਾਂ ਲਾਈਆਂ ਉਹਨਾਂ ਵਾਸਤੇ ਨਿਊ ਨਹੀਂ ਹੈ, ਉਹਨਾਂ ਨੇ ਪਹਿਲਾਂ ਕਰ ਚੁੱਕੇ ਹੋ। ਤੇ ਜਿਹੜੇ ਕਲਾਸਿਸ ਪਹਿਲੀ ਵਾਰ ਲਾ ਰਹੇ ਜਿਵੇਂ ਐਡਵਰਬ ਦੇ ਵਿੱਚ ਇਨਫ ਦਾ ਕੰਸੈਪਟ ਹੈ ਜਿਹੜਾ ਜਿਨ੍ਹਾਂ ਨੇ ਕੀਤਾ ਉਹਨਾਂ ਵਾਸਤੇ ਨਿਊ ਕੰਸੈਪਟ ਹੈ। ਤਾਂ ਇਨਫ ਹੈ ਜਿਹੜਾ ਇਹੋ ਜਿਹਾ ਵਰਡ ਹੈ ਜਿਹਨੂੰ ਐਡਜੈਕਟਿਵ ਫਾਰਮ ਦੇ ਵਿੱਚ ਵੀ ਯੂਜ਼ ਕਰਦੇ ਆਪਾਂ ਤੇ ਐਡਵਰਬ ਫਾਰਮ ਦੇ ਵਿੱਚ ਵੀ ਯੂਜ਼ ਕਰਦੇ ਹਾਂ। ਐਡਜੈਕਟਿਵ ਫਾਰਮ ਵਿੱਚ ਜੇ ਇਹ ਯੂਜ਼ ਕੀਤਾ ਜਾ ਰਿਹਾ ਤਾਂ ਇਹਦੀ ਪੋਜੀਸ਼ਨ ਹੋਏਗੀ ਬਿਫੋਰ ਨਾਉਨ, ਜੇ ਇਹ ਐਡਵਰਬ ਫਾਰਮ ਲਈ ਯੂਜ਼ ਕੀਤਾ ਜਾ ਰਿਹਾ ਤਾਂ ਇਹਦੀ ਪੋਜੀਸ਼ਨ ਹੋਏਗੀ ਆਫਟਰ ਐਡਜੈਕਟਿਵ। ਤਾਂ ਇਹ ਆਪਣੇ ਕੋਲੇ ਕੁਝ ਫਰੇਜ਼ਸ ਨੇ ਜਿਨ੍ਹਾਂ ਨੂੰ ਤੁਸੀਂ ਪੜ੍ਹ ਲੈਣਾ ਤਾਂ ਤੁਹਾਨੂੰ ਕਲੀਅਰ ਹੋ ਜਾਏਗਾ ਕਿ ਇਨਫ ਹੈ ਜਿਹੜਾ ਐਡਵਰਬ ਫਾਰਮ ਲਈ ਕਿੱਥੇ ਯੂਜ਼ ਕੀਤਾ ਜਾਏਗਾ ਤੇ ਐਡਜੈਕਟਿਵ ਫਾਰਮ ਦੇ ਵਿੱਚ ਇਹਦੀ ਪੋਜੀਸ਼ਨ ਸੈਂਟੈਂਸ ਵਿੱਚ ਕੀ ਹੋਏਗੀ। ਅੱਗੇ ਆਪਾਂ ਡਿਸਕਸ ਕੀਤੇ ਕੁਝ ਕੁ ਵਰਡਸ ਜਿਹੜੇ ਕਿ ਐਲਵਾਈ ਨਾਲ ਐਂਡ ਹੁੰਦੇ ਆ, ਤਾਂ ਹੁਣ ਜ਼ਰੂਰੀ ਨਹੀਂ ਹੈ ਕਿ ਐਲਫੀ ਨਾਲ ਖਤਮ ਹੋਣ ਵਾਲੇ ਜਿਹੜੇ ਵਰਡ ਨੇ ਤੁਹਾਡੇ ਕੋਲ ਹਮੇਸ਼ਾ ਹੀ ਐਡਵਰਬ ਹੋਣ। ਕੁਝ ਕੇਸਾਂ
ਕੇਸਾਂ ਦੇ ਵਿੱਚ ਉਹ ਕੀ ਹੁੰਦੇ ਆ, ਐਡਜੈਕਟਿਵ ਹੀ ਹੁੰਦੇ ਆ। ਜੇ ਨਾउन ਤੋਂ ਬਾਅਦ ਐਲਵਾਈ ਹੈ ਤਾਂ ਉਹ ਐਡਜੈਕਟਿਵ ਹੋਏਗਾ, ਐਡਜੈਕਟਿਵ ਤੋਂ ਬਾਅਦ ਐਲਵਾਈ ਹੈ ਤਾਂ ਉਹ ਐਡਵਰਬ ਹੋਏਗਾ। ਤਾਂ ਅੱਗੇ ਆਪਾਂ ਡਿਸਕਸ ਕੀਤੇ ਕੁਝ ਕੁ ਵਰਡਸ ਜਿਹੜੇ ਕਿ ਐਲਵਾਈ ਨਾਲ ਐਂਡ ਹੁੰਦੇ ਸੀ ਤੇ ਉਹ ਐਡਜੈਕਟਿਵ ਸੀ। ਜੇ ਉਹਨਾਂ ਨੂੰ ਤੁਸੀਂ ਐਡਵਰਬ ਫਾਰਮ ਦੇ ਲਈ ਯੂਜ਼ ਕਰਦੇ ਹੋ ਤਾਂ ਤੁਸੀਂ ਇਹ ਜਿਹੜਾ ਇੱਕ ਫਰੇਜ਼ ਦਾ ਯੂਜ਼ ਕਰ ਰਹੇ ਨੇ, ਜਿਵੇਂ ਇਨ ਅ ਫਰੈਂਡਲੀ ਮੈਨਰ ਕਿਹਾ, ਇਨ ਅ ਕਾਵਰਡਲੀ ਮੈਨਰ ਹੋ ਗਿਆ, ਇਨ ਅ ਅਗਲੀ ਮੈਨਰ ਹੋ ਗਿਆ। ਤਾਂ ਇਹ ਸਾਡੇ ਕੋਲ ਕਿਹਾ ਜਾਣਗੇ ਫਰੇਜ਼ ਦਾ ਫਾਰਮ ਵਿੱਚ ਯੂਜ਼ ਕਰਦੇ ਜਿਹੜੇ ਤੁਸੀਂ ਇਹਨਾਂ ਨੂੰ ਐਡਵਰਬ ਫਾਰਮ ਲਈ ਯੂਜ਼ ਕਰਦੇ ਹੋ। ਆਪਾਂ ਕੁਐਸਚਨ ਹੈ ਜਿਹੜੀ ਉਹ ਡਿਸਕਸ ਕੀਤੇ ਹੈ। ਹਾਂਜੀ, ਤਾਂ ਨੈਕਸਟ ਕਨਸੈਪਟ ਜੋ ਆਪਾਂ ਡਿਸਕਸ ਕੀਤਾ ਦੈਟ ਇਜ਼ ਪੁਸ਼ ਟੂ ਗੋ, ਜਿਹੜੇ ਕੋਲੇ ਤੁਹਾਡੇ ਕੋਲੇ ਐਡਵਰਬ ਹੁੰਦੇ ਆ ਜੋ ਕਿ ਐਲਵਾਈ ਸਫਿਕਸ ਦੇ ਨਾਲ ਐਂਡ ਹੁੰਦੇ ਆ, ਤਾਂ ਆਪਾਂ ਜਿਹੜਾ ਹੈ ਐਡਜੈਕਟਿਵ ਫਾਰਮ ਦੇ ਵਿੱਚ ਉਹਨਾਂ ਨੂੰ ਐਡਜੈਕਟਿਵ ਦੇ ਪਿੱਛੇ ਐਲਵਾਈ ਯੂਜ਼ ਕਰਕੇ ਉਹਨਾਂ ਨੂੰ ਕੀ ਕਰ ਲੈਂਦੇ ਆ, ਐਡਵਰਬ ਫਾਰਮ ਲਈ ਯੂਜ਼ ਕਰ ਲੈਂਦੇ। ਜਿਵੇਂ ਐਡਜੈਕਟਿਵ ਤੁਹਾਡੇ ਕੋਲੇ ਸੌਫਟ, ਕਲੀਅਰ, ਐਕਸਟ੍ਰੀਮ ਸੀ, ਉਹਨਾਂ ਦੇ ਪਿੱਛੇ ਐਲਵਾਈ ਐਡ ਕੀਤੇ ਤਾਂ ਉਹ ਐਡਵਰਬ ਬਣ ਗਏ। ਬਟ ਕਈ ਵਾਰ ਕੀ ਹੁੰਦਾ ਤੁਹਾਡੇ ਕੋਲੇ ਵਰਡਸ ਹੈ ਜਿਹੜੇ ਐਜ਼ ਇਟ ਇਜ਼ ਯੂਜ਼ ਕਰ ਲਏ ਜਾਂਦੇ ਐਡਜੈਕਟਿਵ ਫਾਰਮ ਦੇ ਵਿੱਚ ਵੀ ਉਹ ਯੂਜ਼ ਹੋਣਗੇ, ਤਾਂ ਤੁਹਾਨੂੰ ਐਲਵਾਈ ਯੂਜ਼ ਕਰਕੇ ਉਹਦੇ ਪਿੱਛੇ ਐਡਵਰਬ ਬਣਾਉਣ ਦੀ ਲੋੜ ਨਹੀਂ ਪੈਂਦੀ। ਜਿਵੇਂ ਫਾਸਟ, ਹਾਰਡ, ਸਟੇਟ, ਡਾਇਰੈਕਟ, ਲੇਟ ਕੀਤਾ, ਹੁਣ ਫਾਸਟਲੀ ਵਰਡ ਬਣਾਉਣ ਦੀ ਲੋੜ ਨਹੀਂ ਹੈ ਬਿਕਾਜ਼ ਫਾਸਟ ਇੱਕ ਐਡਜੈਕਟਿਵ ਵੀ ਹੈ ਤੇ ਐਡਵਰਬ ਫਾਰਮ ਲਈ ਵੀ ਤੁਸੀਂ ਫਾਸਟ ਦਾ ਹੀ ਯੂਜ਼ ਕਰੋਗੇ। ਹਾਰਡਲੀ ਦਾ ਯੂਜ਼ ਨਹੀਂ ਕੀਤਾ ਜਾਂਦਾ, ਹਾਰਡ ਹੀ ਯੂਜ਼ ਕੀਤਾ ਜਾ ਸਕਦਾ ਐਜ਼ ਐਨ ਐਡਵਰਬ। ਸਟ੍ਰੇਟਲੀ ਵਰਡ ਨਹੀਂ ਹੁੰਦਾ, ਇੱਕ ਚੀਜ਼ ਹੈ ਜਿਹੜੀ ਤੁਸੀਂ ਨੋਟ ਕਰੋਗੇ, ਸਟ੍ਰੇਟਲੀ ਵਰਡ ਹੈ ਜਿਹੜਾ ਡਿਕਸ਼ਨਰੀ ਦੇ ਵਿੱਚ ਨਹੀਂ ਹੈ। ਡਾਇਰੈਕਟਲੀ ਹੋ ਸਕਦਾ ਬਟ ਤੁਹਾਡੇ ਕੋਲ ਸੇਮ ਚੀਜ਼ ਮੀਨਿੰਗ ਹੈ ਜਿਹੜਾ ਤੁਹਾਡੇ ਕੋਲ ਡਿਫਰੈਂਟ ਹੋਏਗਾ। ਲੇਟ ਵਰਡ ਹੈ ਤੇ ਲੇਟਲੀ ਵਰਡ ਦਾ ਮੀਨਿੰਗ ਹੋਰ ਹੋਏਗਾ। ਆਪਾਂ ਇਹਦੇ ਮੀਨਿੰਗ ਹੈ ਜਿਹੜੇ ਉਹ ਡਿਸਕਸ ਕੀਤੇ ਹੈ, ਜਿਵੇਂ ਆਪਾਂ ਦੇਖੋ ਲੇਟ ਦਾ ਮੀਨਿੰਗ ਕੁਝ ਹੋਰ ਹੈ, ਲੇਟ ਦਾ ਹੋਰ ਹੈ, ਫ੍ਰੀਲੀ, ਹਾਰਡਲੀ, ਤਾਂ ਮੀਨਿੰਗ ਚੇਂਜ ਹੋ ਜਾਂਦਾ ਜਦੋਂ ਤੁਸੀਂ ਇਹਨਾਂ ਦੇ ਨਾਲ ਪਿੱਛੇ ਸਫਿਕਸ ਐਲਵਾਈ ਐਡ ਕਰ ਦਿੰਦੇ ਹੋ। ਤਾਂ ਇਹ ਸੀ ਜੀ ਤੁਹਾਡਾ ਲਾਸਟ ਕਨਸੈਪਟ ਜਿਹੜਾ ਆਪਾਂ ਅੱਜ ਦੀ ਕਲਾਸ ਦੇ ਵਿੱਚ ਡਿਸਕਸ ਕੀਤਾ ਹੈ। ਨੈਕਸਟ ਕਲਾਸ ਦੇ ਵਿੱਚ ਕੁਝ ਡਿਸਕਸ ਕਰਾਂਗੇ ਇੰਪੋਰਟੈਂਟ ਹੋਰ ਇੰਟਰਸਟਿੰਗ ਕਨਸੈਪਟ ਐਡਵਰਬ ਦੇ, ਤੇ ਫਿਰ ਆਪਣੀ ਲਾਸਟ ਕਲਾਸ ਹੋਏਗੀ ਜੀ ਪ੍ਰੈਕਟਿਸ ਕਲਾਸ, ਦੈਟ ਇਜ਼ ਜੋ ਕਿ ਆਪਣੇ ਕੋਲੇ ਆਪਾਂ ਸਾਰੇ ਦੇ ਸਾਰੇ ਕਨਸੈਪਟ ਇੱਕੋ ਕਲਾਸ ਦੇ ਵਿੱਚ ਡਿਸਕਸ ਕਰਾਂਗੇ, ਕੁਐਸਚਨ ਹੋਣਗੇ ਤੁਹਾਡੇ ਕੋਲੇ ਪ੍ਰੈਕਟਿਸ ਦੇ ਲਈ। ਤਾਂ ਅੱਜ ਦੀ ਕਲਾਸ ਦੇ ਜਿਹੜੀ ਆਪਾਂ ਐਕਚੁਅਲੀ ਓਵਰ ਕਰਦੇ ਹਾਂ, ਮਿਲਦੇ ਹਾਂ ਨੈਕਸਟ ਸੈਸ਼ਨ ਦੇ ਵਿੱਚ ਅਗੇਨ ਐਡਵਰਬ ਦੇ ਕੁਝ ਇੰਟਰਸਟਿੰਗ ਟੌਪਿਕ ਦੇ ਨਾਲ। ਇੱਕ ਵਾਰ ਹੋਰ ਫਿਰ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਐਡਵਰਬ ਹੈ ਜਿਹੜਾ ਐਡਜੈਕਟਿਵ ਤੋਂ ਡਿਫਰੈਂਟ ਹੈ। ਥੋੜੇ ਜਿਹੇ ਕਨਸੈਪਟ, ਇੱਕ ਪਹਿਲੀ ਗੱਲ ਤਾਂ ਆਪਾਂ ਜਦੋਂ ਆਪਾਂ ਕਹਿੰਦੇ ਹਾਂ ਕਿ ਐਡਜੈਕਟਿਵ ਤੇ ਐਡਵਰਬ ਲਗਭਗ ਸੇਮ ਹੁੰਦੇ ਆ, ਤਾਂ ਇਹੀ ਚੀਜ਼ ਸਾਰਿਆਂ ਨੂੰ ਕਹਿ ਸਕਦੇ ਹਾਂ ਗਲਤ ਹੈ ਕਿ ਐਡਜੈਕਟਿਵ ਤੇ ਐਡਵਰਬ ਕਦੇ ਵੀ ਸੇਮ ਨਹੀਂ ਹੁੰਦੇ। ਐਡਜੈਕਟਿਵ ਅਲੱਗ ਟੌਪਿਕ ਹੈ, ਐਡਵਰਬ ਅਲੱਗ ਟੌਪਿਕ ਹੈ, ਦੋਵਾਂ ਦੇ ਵਿੱਚ ਬਹੁਤ ਵੱਡਾ ਡਿਫਰੈਂਸ ਹੈ ਜੋ ਆਪਾਂ ਫਸਟ ਕਲਾਸ 'ਚ ਡਿਸਕਸ ਕੀਤਾ ਹੈ। ਤੇ ਤੁਹਾਨੂੰ ਕਨਸੈਪਟ ਦੇਖ ਕੇ ਵੀ ਪਤਾ ਲੱਗ ਗਿਆ ਹੋਵੇਗਾ ਕਿ ਐਡਜੈਕਟਿਵ ਦੇ ਟੌਪਿਕ ਜਦੋਂ ਆਪਾਂ ਕੀਤੇ ਸੀ ਉਹ ਬਹੁਤ ਜ਼ਿਆਦਾ ਈਜ਼ੀ ਲੱਗ ਰਹੇ ਸੀ ਬਿਕਾਜ਼ ਐਡਜੈਕਟਿਵ ਆਪਾਂ ਬਹੁਤ ਯੂਜ਼ ਕਰਦੇ ਹਾਂ ਤੇ ਐਡਵਰਬ ਨੂੰ ਵੀ ਆਪਾਂ ਐਡਜੈਕਟਿਵ ਵੀ ਬਣਾ ਕੇ ਜਿਹੜਾ ਯੂਜ਼ ਕਰਦੇ ਰਹੇ ਹਾਂ। ਬਟ ਅਸਲ ਦੇ ਵਿੱਚ ਐਡਵਰਬ ਦੇ ਕਨਸੈਪਟ ਜਿਹੜੇ ਤੁਹਾਡੇ ਕੋਲ ਅਲੱਗ ਹੁੰਦੇ ਆ, ਆਪਾਂ ਕਲਾਸਾਂ ਦੇ ਵਿੱਚ ਡਿਸਕਸ ਕਰ ਹੀ ਰਹੇ ਹਾਂ ਤੇ ਤੁਹਾਨੂੰ ਡਿਫਰੈਂਸ ਵੀ ਪਤਾ ਲੱਗ ਰਿਹਾ ਹੋਵੇਗਾ। ਉਸ ਤੋਂ ਟੌਪਿਕ ਜਿਹੜੇ ਤੁਹਾਡੇ ਹੋਣਗੇ ਤੁਸੀਂ ਕਦੇ ਦੇਖੇ ਹੀ ਨਹੀਂ ਹੋਣੇ ਕਿ ਇਹ ਵੀ ਤੁਹਾਡੇ ਕੋਲ ਐਡਵਰਬ ਫਾਰਮ ਲਈ ਯੂਜ਼ ਕੀਤੇ ਜਾ ਸਕਦੇ। ਸੋ ਆਪਾਂ ਐਵੇਂ ਹੀ ਹੈ ਜਿਹੜਾ ਐਡਵਰਬ ਦਾ ਟੌਪਿਕ ਅੱਗੇ ਪ੍ਰੋਸੀਡ ਕਰਾਂਗੇ, ਦੇਖਾਂਗੇ ਕੁਝ ਨਵੇਂ ਟੌਪਿਕ ਨੈਕਸਟ ਕਲਾਸ ਦੇ ਵਿੱਚ, ਮਿਲਾਂਗੇ ਨੈਕਸਟ ਸੈਸ਼ਨ ਦੇ ਵਿੱਚ। ਅੱਜ ਦੇ ਲਈ ਇੰਨਾ ਹੀ, ਥੈਂਕ ਯੂ।